ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰੋ ਭੈਣੋ, ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਰਚਨਾ, ਪਾਵਨ ਬਾਣੀ ਜਪ, ਜਿਹਨੂੰ ਸਤਿਕਾਰ ਨਾਲ ਅਸੀਂ ਜਪਜੀ ਸਾਹਿਬ ਆਖਦੇ ਹਾਂ, ਉਹਦੀ ਲੜੀਵਾਰ ਵਿਚਾਰ ਅੱਗੇ ਤੋਰਨੀ ਹੈ। 16 ਪੌੜੀਆਂ ਤੱਕ ਅਸੀਂ ਇਹਦੀ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਅੱਜ 17ਵੀਂ ਪੌੜੀ ਦੀ ਵਿਚਾਰ ਅਸੀਂ ਆਰੰਭ ਕਰਾਂਗੇ। ਜਪ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਰੰਭ ਵਿੱਚ ਦਰਜ ਹੈ, ਔਰ ਇਸ ਬਾਣੀ ਦਾ ਮੁੱਖ ਮੁੱਦਾ ਹੁਕਮ ਰਜ਼ਾਈ ਚੱਲਣਾ। ਉਹ ਹੈ ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਦਾ ਕੁਐਸਚਨ, ਤੇ ਉਹਦਾ ਜਵਾਬ ਸੀ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਦੋਂ ਹੀ ਹੋਰ ਸਾਰਾ ਵਿਸਥਾਰ ਕਰਦਿਆਂ ਹੋਇਆਂ ਹੁਕਮ ਕੀ ਹੈ, ਹੁਕਮ 'ਚ ਕਿਵੇਂ ਚੱਲਿਆ ਜਾਂਦਾ ਹੈ, ਸਚਿਆਰ ਕਿਵੇਂ ਬਣੀਏ, ਇਹ ਵਿਚਾਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਬਾਣੀ ਰਾਹੀਂ ਦਿੱਤੇ ਨੇ। ਤੋ ਇਹ ਵਿਚਾਰ ਦੀ ਸੇਵਾ ਨਿਭਾ ਰਹੇ ਹਨ ਪ੍ਰਭ ਕੀਰਤਨ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਇਹ 17ਵੀਂ ਪੌੜੀ ਦੀ ਵਿਚਾਰ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕਰਨ। ਸਾਹਿਬ ਪ੍ਰਭ ਕੀਰਤਨ ਸਿੰਘ ਜੀ, ਮੋਹਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਸਾਰੇ ਰਲ ਮਿਲ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਦਾ ਆਪਾਂ ਰਲ ਮਿਲ ਕੇ ਇਸ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ, ਇਹਦੀ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਤੇ ਹੁਣ ਤੱਕ ਜਿੱਥੇ ਤੱਕ ਆਪਾਂ ਪਹੁੰਚੇ ਹਾਂ ਉਹ 16 ਪੌੜੀਆਂ ਆਪਾਂ ਸਾਰਿਆਂ ਨੇ ਵਿਚਾਰ ਕਰ ਲਈ ਹੈ। ਹੁਣ ਤੱਕ ਆਪਾਂ ਜੋ ਪਿੱਛੇ ਜਿਵੇਂ ਸਤਵੀਰ ਜੀ ਨੇ ਇੰਟਰੋਡਿਊਸ ਕੀਤਾ ਹੈ ਕਿ ਮੁੱਖ ਪ੍ਰਸ਼ਨ ਉਹੀ ਹੈ ਜੋ ਪਹਿਲੀ ਪੌੜੀ ਸਤਿਗੁਰਾਂ ਨੇ ਸਾਨੂੰ ਗਾਈਡੈਂਸ ਦੇਣ ਲਈ ਰੱਖਿਆ ਸੀ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਭਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤੋ ਸਤਿਗੁਰਾਂ ਨੇ ਹੁਕਮ ਦੀ ਵਿਆਖਿਆ ਕਰਕੇ ਫਿਰ ਨਾਮ ਨਾਲ ਜੁੜਨ ਦੀ ਪ੍ਰੇਰਨਾ ਕਰਕੇ ਤੇ ਜਦੋਂ ਅਸੀਂ ਅੱਗੇ ਪਹੁੰਚੇ ਤਾਂ 4 ਪੌੜੀਆਂ ਦੇ 3 ਸਮੂਹ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੇ। ਪਹਿਲਾਂ ਸੁਣਿਆ ਦੀਆਂ 4 ਪੌੜੀਆਂ, ਫਿਰ ਮੰਨੇ ਦੀਆਂ 4 ਪੌੜੀਆਂ, ਤੇ ਉਸ ਤੋਂ ਬਾਅਦ ਜਿਹੜਾ ਅਗਲਾ ਸਮੂਹ ਹੈ 4 ਪੌੜੀਆਂ ਦਾ, ਉਹਦੀ ਵਿਚਾਰ ਆਪਾਂ ਕਰ ਰਹੇ ਹਾਂ। ਤੇ ਪਹਿਲੀ ਪੌੜੀ ਪੰਜ ਪ੍ਰਵਾਨ ਪੰਜ ਪ੍ਰਧਾਨ ਵਾਲੀ ਦੀ ਵਿਆਖਿਆ ਆਪਾਂ ਪਿਛਲੀ ਵਾਰੀ ਕੀਤੀ ਸੀ, ਤੇ ਆਪ ਸਾਰਿਆਂ ਦੀ ਮਦਦ ਨਾਲ ਆਪਾਂ ਸਾਰਿਆਂ ਨੇ ਇਹਨੂੰ ਸਮਝਣ ਦਾ ਇੱਕ ਯਤਨ ਕੀਤਾ ਸੀ। ਤੋ ਹੁਣ ਆਪਾਂ ਅੱਗੇ ਚੱਲਣਾ ਹੈ ਇਸ ਤੋਂ ਅਗਲੀ ਪੌੜੀ ਦੇ ਵਿੱਚ। ਪਰ ਪਹਿਲਾਂ ਸੰਖੇਪ ਦੇ ਵਿੱਚ ਜੋ ਹੁਣ ਪਿਛਲੀ ਪੌੜੀ ਦੇ ਵਿੱਚ ਆਪਾਂ ਵਿਚਾਰ ਕੀਤੀ ਸੀ ਉਹਦੇ ਨਾਲ ਇੱਕ ਵਾਰੀ ਲੜੀ ਜੋੜ ਲਈਏ, ਤਾਂ ਕਿ ਹੁਣ ਅੱਗੋਂ ਆ ਰਹੀਆਂ 3 ਪੌੜੀਆਂ ਦੀ ਲੜੀ ਉਹਦੇ ਨਾਲ ਸਮਝਣ ਵਿੱਚ ਸਾਨੂੰ ਸਹਾਇਤਾ ਮਿਲ ਜਾਏ। ਉਸ ਪੌੜੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹ ਸਮਝਾਇਆ ਸੀ ਕਿ ਜਦੋਂ ਐਸੇ ਵਿਅਕਤੀ ਜਿਹੜੇ ਨਾਮ ਸਿਮਰਨ ਦੇ ਜੁੜ ਜਾਂਦੇ ਹਨ, ਸੁਣਿਆ ਤੇ ਮੰਨੇ ਦੀਆਂ ਪੌੜੀਆਂ ਦੇ ਵਿੱਚ ਸਤਿਗੁਰਾਂ ਨੇ ਜੋ ਸਾਨੂੰ ਸਮਝਾਇਆ ਸੀ, ਪ੍ਰੇਰਨਾ ਦਿੱਤੀ ਸੀ, ਉਹਦੇ ਮੁਤਾਬਕ ਸਤਿਗੁਰੂ ਜੀ ਕਹਿੰਦੇ ਹਨ ਕਿ ਵੀ ਜੋ ਉਹ ਅਵਸਥਾਵਾਂ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੰਦੇ ਹਨ, ਨਾਮ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਹਨ, ਆਪਣੀ ਸੁਰਤੀ ਦੇ ਵਿੱਚ ਨਾਮ ਨੂੰ ਵਸਾ ਲੈਂਦੇ ਹਨ, ਤਾਂ ਉਹਨਾਂ ਨੂੰ ਸਤਿਗੁਰਾਂ ਨੇ ਪੰਚ ਦਾ ਨਾਮ ਦਿੱਤਾ।
ਪੰਚ ਦਾ ਭਾਵ ਇਹੀ ਹੈ ਜੋ ਪ੍ਰਮੁੱਖ ਵਿਅਕਤੀ ਹੁੰਦੇ ਹਨ, ਸਨਮਾਨਯੋਗ ਵਿਅਕਤੀ ਹੁੰਦੇ ਹਨ। ਸਾਡੇ ਵਾਸਤੇ ਉਹੀ ਸਨਮਾਨਯੋਗ ਹਨ ਜੋ ਉਹ ਅਕਾਲ ਪੁਰਖ ਨਾਲ ਜੁੜੇ ਹੋਏ ਹਨ, ਉਹਦੇ ਨਾਮ ਦੇ ਨਾਲ ਜੁੜੇ ਹੋਏ ਹਨ, ਉਹਦੇ ਹੁਕਮ ਦੇ ਨਾਲ ਜੁੜੇ ਹੋਏ ਹਨ। ਤੋ ਸਤਿਗੁਰਾਂ ਨੇ ਕਿਹਾ ਕਿ ਐਸੇ ਵਿਅਕਤੀ ਇਸ ਸੰਸਾਰ ਵਿੱਚ ਤੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸਤਿਕਾਰਯੋਗ ਹੋ ਜਾਂਦੇ ਹਨ, ਕਿਉਂਕਿ ਉਹਨਾਂ ਦਾ ਜੋ ਧਿਆਨ ਹੈ ਉਹ ਉਹਨਾਂ ਦਾ ਕੇਂਦਰ, ਧਿਆਨ ਦਾ ਕੇਂਦਰ ਇੱਕੋ ਹੀ ਹੁੰਦਾ। ਉਹਨਾਂ ਦਾ ਧਿਆਨ ਦਾ ਕੇਂਦਰ ਗੁਰ ਸ਼ਬਦ, ਨਾਮ ਤੇ ਅਕਾਲ ਪੁਰਖ ਤੇ ਗੁਰੂ ਦੀ ਸਿੱਖਿਆ ਹੀ ਹੁੰਦਾ ਹੈ। ਤਾਂ ਉਹਨਾਂ ਨੇ ਜਦੋਂ ਵੀ ਜਗਤ ਨੂੰ ਵੇਖਣਾ ਹੈ ਤਾਂ ਉਹਨਾਂ ਨੇ ਇਸੇ ਨਜ਼ਰੀਏ ਨਾਲ ਦੇਖਣਾ ਹੈ ਕਿ ਇਸ ਵਿੱਚ ਅਕਾਲ ਪੁਰਖ ਵਰਤ ਰਿਹਾ ਹੈ, ਉਹਦਾ ਹੁਕਮ ਵਰਤ ਰਿਹਾ ਹੈ, ਉਸ ਦਾ ਨਾਮ ਵਰਤ ਰਿਹਾ ਹੈ ਤੇ ਗੁਰੂ ਦੀ ਸਿੱਖਿਆ ਵਰਤ ਰਹੀ ਹੈ। ਤਾਂ ਵਿਊ ਪੁਆਇੰਟ ਹੀ ਇਸ ਅਵਸਥਾ ਤੇ ਸਤਿਗੁਰੂ ਕਹਿੰਦੇ ਹਨ ਕਿ ਚੇਂਜ ਹੋ ਜਾਂਦਾ ਹੈ, ਇਹ ਅਵਸਥਾ ਬਣ ਜਾਂਦੀ ਹੈ। ਤਾਂ ਜਦੋਂ ਵੀ ਉਹ ਜਗਤ ਨੂੰ ਦੇਖਦੇ ਹਨ ਤੇ ਉਹਨਾਂ ਨੂੰ ਇਹਦੇ ਵਿੱਚੋਂ ਉਹਦਾ ਹੁਕਮ ਵਰਤਦਾ ਦਿਖਦਾ ਹੈ, ਤੇ ਹੁਕਮ ਵਰਤਦਾ ਦਿਖਦਾ ਹੈ ਤਾਂ ਫਿਰ ਉਹ ਕਿਸ ਅਵਸਥਾ ਵਿੱਚ ਆ ਜਾਂਦੇ ਹਨ? ਉਹ ਹੈ ਕਿ ਉਹ ਅਕਾਲ ਪੁਰਖ ਦੇ ਨਾਲ ਪ੍ਰੇਮ ਦੇ ਵਿੱਚ ਰਤੇ ਜਾਂਦੇ ਹਨ, ਉਹਦੇ ਅੱਗੇ ਸਿਰ ਝੁਕਾ ਲੈਂਦੇ ਹਨ ਤੇ ਇਉਂ ਕਹੀਏ ਕਿ ਉਹਦੇ ਪ੍ਰੇਮ ਦੇ ਵਿੱਚ, ਰੰਗ ਦੇ ਵਿੱਚ ਰੰਗੇ ਜਾਂਦੇ ਹਨ ਤੇ ਕਹਿ ਉੱਠਦੇ ਹਨ ਕਿ ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਇਸ ਦਾ ਕਾਰਨ ਇਹੀ ਹੈ ਕਿ ਉਹਨਾਂ ਨੂੰ ਅਕਾਲ ਪੁਰਖ ਦੇ ਬਣਾਏ ਹੋਏ ਇਸ ਜਗਤ ਦੇ ਵਿੱਚ ਕਰਤਾਰ ਦਾ, ਕਰਤੇ ਦਾ, ਕਾਦਰ ਦਾ ਹੁਕਮ ਜੋ ਹੈ ਉਹ ਵਰਤ ਰਿਹਾ ਸਪਸ਼ਟ ਦਿਸ ਆਉਂਦਾ ਹੈ। ਉਹਦਾ ਹੁਕਮ ਹੀ ਧਰਮ ਹੈ ਜਿਸ ਨੇ ਇਸ ਜਗਤ ਨੂੰ ਟਿਕਾ ਕੇ ਰੱਖਿਆ ਹੈ, ਬਣਾਇਆ ਹੈ, ਔਰ ਸੰਤੋਖ ਦੇ ਨਾਲ, ਭਾਵ ਉਸ ਨਿਯਮ ਦੇ ਵਿੱਚ ਰਹਿਣ ਦੀ ਜਿਹੜੀ ਟੈਂਡੈਂਸੀ ਹੈ ਉਹਦੇ ਨਾਲ ਇਹ ਸਾਰਾ ਕੁਝ ਟਿਕਿਆ ਹੋਇਆ ਹੈ। ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਸੁਤੇ ਹੀ ਇਹ ਅਹਿਸਾਸ ਕਾਇਮ ਹੋ ਜਾਂਦਾ ਹੈ ਕਿ ਜਦੋਂ ਤੱਕ ਅਸੀਂ ਇਸ ਜਗਤ ਦੇ ਵਿੱਚ ਅਕਾਲ ਪੁਰਖ ਦੇ ਹੁਕਮ ਦੇ ਨਾਲ ਜੁੜੇ ਹਾਂ, ਉਹਨੂੰ ਵਰਤਦਾ ਦੇਖ ਰਹੇ ਹਾਂ, ਤਾਂ ਇਹੀ ਰਸਤਾ ਹੈ ਸਚਿਆਰ ਬਣਨ ਦਾ। ਜਿਹੜੀ ਸਾਡੀ ਮੁੱਢਲੀ ਪ੍ਰੋਬਲਮ ਸੀ ਕਿ ਕਿਸ ਤਰ੍ਹਾਂ ਸਚਿਆਰ ਬਣੀਏ, ਉਹਦਾ ਰਸਤਾ ਸਤਿਗੁਰੂ ਇੱਥੇ ਹਿੰਟ ਦੇ ਰਹੇ ਹਨ ਕਿ ਜਦੋਂ ਤੱਕ ਅਸੀਂ ਇਸ ਜਗਤ ਵਿੱਚ ਉਹਦੇ ਹੁਕਮ ਦੇ ਨਾਲ, ਧਰਮ ਦੇ ਨਾਲ ਵਰਤ ਰਹੇ ਹਾਂ, ਉਹਨੂੰ ਦੇਖ ਰਹੇ ਹਾਂ, ਤਾਂ ਇਹੀ ਰਸਤਾ ਹੈ ਜੇ ਕੋ ਬੁਝੈ ਹੋਵੈ ਸਚਿਆਰ। ਜਿਹੜਾ ਜੁੜਿਆ ਹੋਇਆ ਵਿਅਕਤੀ ਹੈ, ਉਸ ਅਕਾਲ ਪੁਰਖ ਨਾਲ ਜੁੜਿਆ ਵਿਅਕਤੀ ਹੈ, ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਬਈ ਇਹ ਜੋ ਜਗਤ ਹੈ ਇਹ ਹੋਰ ਕੁਝ ਵੀ ਨਹੀਂ ਹੈ, ਉਹਦਾ ਹੁਕਮ ਹੀ ਵਰਤ ਰਿਹਾ ਹੈ। ਹੁਣ ਇੱਕ ਜੁੜੇ ਹੋਏ ਵਿਅਕਤੀ ਦਾ ਨਜ਼ਰੀਆ ਤੇ ਦੂਜੇ ਵਿਅਕਤੀ ਦਾ ਨਜ਼ਰੀਆ ਕੀ ਹੁੰਦਾ ਹੈ, ਇੱਕ ਛੋਟੀ ਜਿਹੀ ਐਗਜ਼ਾਮਪਲ ਆਪਾਂ ਲੈ ਲਈਏ। ਮੈਂ ਉਦਾਹਰਨ ਲਵਾਂਗਾ ਭਾਈ ਵੀਰ ਸਿੰਘ ਜੀ ਦੀ, ਜੋ ਗੁਰਮਤਿ ਦੇ ਇੱਕ ਪ੍ਰਸਿੱਧ ਵਿਆਖਿਆਕਾਰ ਹੋਏ ਹਨ। ਉਹਨਾਂ ਨੇ ਕੁਦਰਤ ਦੇ ਕਵੀ ਵੀ ਕਿਹਾ ਜਾਂਦਾ ਹੈ। ਦੋ ਪੰਕਤੀਆਂ ਉਹਨਾਂ ਦੀ ਲੈ ਕੇ ਆਪਾਂ ਗੱਲ ਨੂੰ ਸਮਝਣ ਦਾ ਯਤਨ ਕਰੀਏ ਕਿ ਕਸ਼ਮੀਰ ਦੇ ਵਿੱਚ ਜਦੋਂ ਵੈਰੀ ਨਾਗ, ਜਿਹੜਾ ਕਿ ਜੇਹਲਮ ਦਰਿਆ ਦਾ ਸਰੋਤ ਹੈ, ਉਹਦਾ ਮੰਬਾ ਹੈ, ਉਹ ਵਾਕਈ ਜਦੋਂ ਇਨਸਾਨ ਉੱਥੇ ਜਾਂਦਾ ਹੈ ਤੇ ਜਿਸ ਢੰਗ ਨਾਲ ਕਰਤੇ ਦੀ ਕੁਦਰਤ ਉੱਥੇ ਵਰਤ ਰਹੀ ਹੁੰਦੀ ਹੈ, ਤੇ ਇੱਕ ਵਾਰ ਤਾਂ ਬੰਦੇ ਦਾ ਉਹ ਚੱਕਾ ਰਹਿ ਜਾਂਦਾ ਹੈ, ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿਆ ਉਹਦੀ ਖੂਬਸੂਰਤੀ ਹੈ ਔਰ ਕਿਆ ਉਹਦਾ ਹੁਕਮ ਹੈ, ਕਿਆ ਉਹਦੀ ਕੁਦਰਤ ਵਰਤ ਰਹੀ ਹੈ। ਪਰ ਇੱਥੇ ਹੀ ਫਰਕ ਦਾ ਸਾਨੂੰ ਪਤਾ ਲੱਗਦਾ ਹੈ ਕਿ ਬਣਾਉਣ ਵਾਲੇ ਨੇ ਤਾਂ ਉੱਥੇ ਵੱਡੇ ਸਟਰਕਚਰ ਖੜੇ ਕਰ ਦਿੱਤੇ ਤਾਂ ਕਿ ਮੇਰਾ ਨਾਮ ਅਮਰ ਹੋ ਜਾਏ, ਬਾਦਸ਼ਾਹ ਨੇ ਬਣਾ ਦਿੱਤੇ। ਪਰ ਜਦੋਂ ਭਾਈ ਵੀਰ ਸਿੰਘ ਜੀ ਦੇਖਦੇ ਹਨ ਤੇ ਉਹ ਕੀ ਕਹਿ ਉੱਠਦੇ ਹਨ ਕਿ ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਜਦਾ। ਉਸ ਕੁਦਰਤ ਦਾ ਜਦੋਂ ਰੰਗ ਦੇਖਣਾ ਹੈ ਤੇ ਉਹਦੇ ਵਿੱਚੋਂ ਸਜਦਾ ਕਿਹਨੂੰ ਕਰਨਾ ਹੈ? ਨਾ ਉਹ ਬਿਲਡਿੰਗ ਬਣਾਉਣ ਵਾਲੇ ਨੂੰ ਕਰਨਾ ਹੈ, ਨਾ ਪਾਣੀ ਨੂੰ ਕਰਨਾ ਹੈ, ਉਹਨੂੰ ਦੇਵਤਾ ਮੰਨ ਕੇ ਬਹਿ ਜਾਣਾ ਹੈ, ਜਾਂ ਕਿਸੇ ਹੋਰ ਚੀਜ਼ ਨੂੰ ਕਰਨਾ ਹੈ। ਜਿਹੜਾ ਜੁੜਿਆ ਵਿਅਕਤੀ ਹੈ ਉਹਨੂੰ ਉਹਦੇ ਵਿੱਚੋਂ, ਕੁਦਰਤ ਦੇ ਵਿੱਚੋਂ ਕਾਦਰ ਦਾ ਜਲਵਾ, ਕਾਦਰ ਦਾ ਹੁਕਮ ਹੀ ਨਜ਼ਰ ਆਉਂਦਾ ਹੈ। ਇਹੀ ਸਤਿਗੁਰੂ ਕਹਿ ਰਹੇ ਹਨ ਕਿ ਜਦੋਂ ਤੱਕ ਅਸੀਂ ਉਹ ਦੇਖਦੇ ਹਾਂ, ਇਹ ਅਵਸਥਾ ਜੋ ਹੈ ਇੱਕ ਜੁੜੇ ਹੋਏ ਵਿਅਕਤੀ ਦੀ ਹੈ, ਜਿਹਨੂੰ ਉਹਨਾਂ ਨੇ ਪੰਚ ਕਿਹਾ ਹੈ। ਉਹ ਆਪਣੀ ਸਮਝ ਦੇ ਮੁਤਾਬਕ ਕੁਦਰਤ ਦੇ ਕਿਸੇ ਵਸਤੂ ਨੂੰ ਲੈ ਕੇ ਆਪਣੀ ਸੋਚ ਦੇ, ਸਮਝ ਦੇ ਘੋੜੇ ਨਹੀਂ ਦੌੜਾਉਂਦਾ, ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਕਿ ਕੁਦਰਤ ਬੇਅੰਤ ਹੈ।
ਉਹਦੀ ਤਾਂ ਅਵਸਥਾ ਬਸ ਕੇਵਲ ਇਤਨੀ ਹੁੰਦੀ ਹੈ ਕਿ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੋ ਗੁਰੂ ਦੇ ਰਾਹ ਦੇ ਉੱਤੇ ਚੱਲਣਾ ਹੀ ਐਸੇ ਮਨੁੱਖਾਂ ਨੂੰ ਭਾਉਂਦਾ ਹੈ, ਔਰ ਉਹਨਾਂ ਦਾ ਜੀਵਨ ਵੀ ਧਰਮੀ ਹੋ ਜਾਂਦਾ ਹੈ, ਉਹਨਾਂ ਦੇ ਜੀਵਨ ਵਿੱਚ ਧਰਮ ਵੀ ਤੇ ਸੰਤੋਖ ਵੀ ਆਉਂਦਾ ਹੈ, ਔਰ ਉਹ ਐਸੀ ਅਵਸਥਾ ਤੇ ਪਹੁੰਚਦੇ ਹਨ ਕਿ ਜਿੱਥੇ ਸਤਿਗੁਰੂ ਦੇ ਜਿਹੜੇ ਅਕਾਲ ਪੁਰਖ ਦੇ ਜੋ ਅਨੇਕਾਂ ਕਿਸਮ ਦੇ ਰੰਗ ਸਤਿਗੁਰੂ ਕਹਿੰਦੇ ਹਨ ਕਿ ਉਹ ਉਹਦੀ ਕੁਦਰਤ ਦੇ ਵਿੱਚ ਹਨ, ਉਹਨਾਂ ਨੂੰ ਦੇਖਦੇ ਹਨ ਤੇ ਉਹਨਾਂ ਨੂੰ ਉਹ ਕਾਦਰ ਦਾ ਹੁਕਮ, ਕਾਦਰ ਦਾ ਜਲਵਾ, ਕਾਦਰ ਦੀ ਸ਼ਕਤੀ, ਕਾਦਰ ਦਾ ਬਲ ਜਿਹੜਾ ਹੈ ਉਹੀ ਨਜ਼ਰ ਆਉਂਦਾ ਹੈ, ਤੇ ਬੰਦਾ ਉਹਦੇ ਨਾਲ ਹੀ, ਕਾਦਰ ਦੇ ਨਾਲ ਹੀ ਜੁੜਨ ਦੀ ਕੋਸ਼ਿਸ਼ ਕਰਦਾ ਹੈ। ਆਓ ਹੁਣ ਅਗਲੀ ਪੌੜੀ ਦੇ ਵਿੱਚੋਂ ਸਤਿਗੁਰੂ ਦੇਖੀਏ ਕਿ ਸਾਨੂੰ ਕਿਸ ਤਰੀਕੇ ਨਾਲ ਇਹ ਆਪਣਾ ਉਪਦੇਸ਼ ਦੇ ਰਹੇ ਹਨ, ਸਾਨੂੰ ਸਮਝਾ ਰਹੇ ਹਨ। ਜਿਵੇਂ ਕਿ ਪਿਛਲੀ ਪੌੜੀ ਦੇ ਵਿੱਚ ਵੀ ਸਤਿਗੁਰਾਂ ਨੇ ਸਾਨੂੰ ਇੱਕ ਪੰਕਤੀ ਦੇ ਰਾਹੀਂ ਸਮਝਾਇਆ ਸੀ ਕਿ ਉਹ ਅਕਾਲ ਪੁਰਖ ਦਾ ਜਦੋਂ ਹੁਕਮ ਵਰਤਿਆ ਤਾਂ ਫਿਰ ਤਿਸ ਤੇ ਹੋਏ ਲੱਖ ਦਰਿਆ। ਬਈ ਜ਼ਿੰਦਗੀ ਦੇ ਅਨੇਕਾਂ ਦਰਿਆ ਵਗ ਤੁਰੇ, ਜਦੋਂ ਉਸ ਦਾ ਇੱਕ ਹੁਕਮ ਹੋਇਆ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆ। ਤੋ ਅਨੇਕਾਂ ਕਿਸਮ ਦੇ ਜ਼ਿੰਦਗੀ ਦੇ ਰੰਗ ਇੱਥੇ ਪੈਦਾ ਹੋ ਗਏ, ਅਨੇਕਾਂ ਕਿਸਮ ਦੇ ਜੀਵ ਪੈਦਾ ਹੋ ਗਏ, ਅਨੇਕਾਂ ਕਿਸਮ ਦੇ ਮਨੁੱਖ ਪੈਦਾ ਹੋ ਗਏ। ਤੋ ਸਤਿਗੁਰੂ ਹੁਣ ਅੱਗੇ ਚੱਲਦੇ ਹਨ, ਸਾਨੂੰ ਸਮਝਾ ਰਹੇ ਹਨ ਕਿ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਭਾਵ ਅਣਗਿਣਤ ਤੇ ਬੇਅੰਤ ਜੀਵ, ਅਸੰਖ ਜਪ, ਅਸੰਖ ਭਾਵ। ਜਪ ਦਾ ਅਰਥ ਹੈ ਕਿ ਉਹਨੂੰ ਯਾਦ ਕਰਨ ਵਾਲੇ ਬਾਰ-ਬਾਰ ਬੋਲੇ ਜਾਣ, ਜਿਵੇਂ ਮੰਤਰ ਹੁੰਦੇ ਹਨ, ਕੁਝ ਪੰਕਤੀਆਂ ਨੂੰ, ਕੁਝ ਅੱਖਰਾਂ ਨੂੰ, ਜਾਂ ਇੱਕ ਅੱਖਰ ਨੂੰ ਲੈ ਕੇ, ਇੱਕ ਸ਼ਬਦ ਨੂੰ ਲੈ ਕੇ ਜਦੋਂ ਉਹਨੂੰ ਬਾਰ-ਬਾਰ ਬੋਲਿਆ ਜਾਂਦਾ ਹੈ ਜਾਂ ਆਪਣੀ ਸੁਰਤੀ ਵਿੱਚ ਵਸਾਇਆ ਜਾਂਦਾ ਹੈ ਤਾਂ ਉਹਨੂੰ ਜਪ ਕਿਹਾ ਜਾਂਦਾ ਹੈ। ਭਾਰਤੀ ਸੰਸਕ੍ਰਿਤੀ ਦੇ ਵਿੱਚ ਜਪ ਦੀ ਸ਼ੁਰੂ ਤੋਂ ਹੀ ਬੜੀ ਮਹਾਨਤਾ ਰਹੀ ਹੈ। ਰਿਗਵੇਦ ਦੇ ਸਮੇਂ ਤੋਂ ਪੁਰਾਣਾਂ ਦੇ ਵਿੱਚ ਮਨੁ ਸਮ੍ਰਿਤੀ, ਗੀਤਾ, ਯੋਗ ਸੂਤਰ, ਸਾਰੀਆਂ ਜੋ ਸੰਪਰਦਾਵਾਂ ਕਹਿ ਲਓ ਜਾਂ ਦਰਸ਼ਨ ਸਨ, ਚਾਹੇ ਉਹ ਵੈਸ਼ਨਵ ਸਨ, ਚਾਹੇ ਤਾਂਤਰਿਕ ਸਨ, ਚਾਹੇ ਸ਼ਾਕਤ ਸਨ, ਚਾਹੇ ਬੁੱਧ ਮਤ ਵਾਲੇ ਸਨ ਜਾਂ ਯੋਗੀ ਸਨ, ਸਭ ਦੇ ਵਿੱਚ ਜਪ ਕਰਨ ਦੀ ਮਹਾਨਤਾ ਗਿਣੀ ਗਈ। ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਦੀ ਇਸ ਰਚਨਾ ਵਿੱਚ ਜੋ ਉਸ ਦੇ ਹੁਕਮ ਵਿੱਚ ਬਣੀ ਹੈ, ਉਹਦੇ ਵਿੱਚ ਅਸੰਖ ਭਾਵ ਅਣਗਿਣਤ ਤੇ ਬੇਅੰਤ ਜੀਵ ਜਪ ਕਰ ਰਹੇ ਹਨ, ਉਹਨੂੰ ਯਾਦ ਕਰ ਰਹੇ ਹਨ, ਉਹਨੂੰ ਤਰ੍ਹਾਂ ਤਰ੍ਹਾਂ ਦੇ ਨਾਲ, ਕਿਸਮ ਕਿਸਮ ਦੇ ਨਾਲ, ਕਿਉਂਕਿ ਜਪ ਵੀ ਅਨੇਕਾਂ ਕਿਸਮਾਂ ਦੇ ਮੰਨੇ ਗਏ ਹਨ। ਉਹਨਾਂ ਦੀ ਕਿੰਨੀ ਦੇਰ ਉਹਨਾਂ ਨੂੰ ਕਰਨਾ ਹੈ, ਕਿਸ ਸਮੇਂ ਕਰਨਾ ਹੈ, ਕਿਸ ਦੇਵਤੇ ਨੂੰ ਸਾਹਮਣੇ ਰੱਖ ਕੇ ਕਰਨਾ ਹੈ ਜਾਂ ਮੂਰਤੀ ਨੂੰ ਸਾਹਮਣੇ ਰੱਖ ਕੇ ਕਰਨਾ ਹੈ, ਕੀ ਕਰਨਾ ਹੈ, ਉਹ ਅਨੇਕਾਂ ਕਿਸਮਾਂ ਹਨ। ਤੇ ਸਤਿਗੁਰੂ ਕਹਿੰਦੇ ਹਨ ਇਹ ਅਨੇਕਾਂ ਤਰ੍ਹਾਂ ਦੇ ਨਾਲ ਜਪ ਹੋ ਰਹੇ ਹਨ ਤੇ ਜਪ ਕਰਨ ਵਾਲੇ ਜਪ ਕਰ ਰਹੇ ਹਨ। ਅਸੰਖ ਭਾਉ, ਭਾਉ ਦਾ ਅਰਥ ਹੈ ਪ੍ਰੇਮ ਤੇ ਪਿਆਰ। ਪ੍ਰੇਮ ਤੇ ਪਿਆਰ ਦਾ ਅਰਥ ਹੈ ਕਿ ਅਨੇਕਾਂ ਲੋਕ ਐਸੇ ਹਨ ਜਿਹੜੇ ਇਸ ਜਗਤ ਦੇ ਜੀਵਾਂ ਦੇ ਨਾਲ ਪਿਆਰ ਕਰ ਰਹੇ ਹਨ, ਉਹਨਾਂ ਨਾਲ ਪਿਆਰ ਨਾਲ ਵਰਤਦੇ ਹਨ, ਉਹਨਾਂ ਦੀ ਦੇਖਭਾਲ ਕਰਦੇ ਹਨ ਜਾਂ ਉਹਨਾਂ ਦੀ ਮਦਦ ਕਰਦੇ ਹਨ। ਉਹਨਾਂ ਦੇ ਅੰਦਰ, ਉਹਨਾਂ ਦੇ ਵਾਸਤੇ
ਪਿਆਰ ਹੀ ਸਭ ਤੋਂ ਵੱਡੀ ਚੀਜ਼ ਹੈ, ਤੇ ਉਹ ਪਿਆਰ ਜਿਹੜਾ ਉਹ ਉਹਨਾਂ ਦੇ ਵਾਸਤੇ ਹੀ ਸਭ ਤੋਂ ਵੱਡੀ ਚੀਜ਼ ਹੋਣ ਕਰਕੇ ਉਹ ਇਸੇ ਦੇ ਵਿੱਚ ਹੀ ਲੱਗੇ ਹੋਏ ਹਨ, ਤੇ ਉਹ ਪਿਆਰ ਹੀ ਕਰਦੇ ਜਾ ਰਹੇ ਹਨ। ਤਾਂ ਸਤਿਗੁਰੂ ਕਹਿੰਦੇ ਹਨ ਕਿ ਅਨੇਕਾਂ ਲੋਕ ਐਸੇ ਹਨ ਜਿਹੜੇ ਜਪ ਦੇ ਵਿੱਚ ਲੱਗੇ ਹੋਏ ਹਨ, ਕਿਸਮਾਂ ਕਿਸਮਾਂ ਦੇ ਜਪ ਹੋ ਰਹੇ ਹਨ, ਉਹ ਜਪ ਕਰ ਰਹੇ ਹਨ। ਤੇ ਅਨੇਕਾਂ ਅਣਗਿਣਤ ਵਿਅਕਤੀ ਐਸੇ ਹਨ, ਅਣਗਿਣਤ ਮਨੁੱਖ ਐਸੇ ਹਨ ਜਿਹੜੇ ਪ੍ਰੇਮ ਨੂੰ ਹੀ ਇਸ ਜਗਤ ਦੇ ਵਿੱਚ ਪ੍ਰਗਟ ਕਰਨ ਉੱਤੇ ਜ਼ੋਰ ਦਿੰਦੇ ਹਨ, ਤੇ ਪ੍ਰੇਮ ਵਾਲੇ ਹੀ ਸਾਰੇ ਕੰਮ ਉਹ ਕਰਦੇ ਜਾ ਰਹੇ ਹਨ। ਹੁਣ ਇਹ ਵੀ ਇੱਕ ਕਿਸਮ, ਸਤਿਗੁਰਾਂ ਨੇ ਦੋ ਕਿਸਮਾਂ ਸਾਨੂੰ ਭਲੇ ਪੁਰਸ਼ਾਂ ਦੀਆਂ ਦੱਸੀਆਂ ਹਨ। ਹੁਣ ਅੱਗੋਂ ਸਤਿਗੁਰੂ ਕਹਿੰਦੇ ਹਨ ਕਿ ਅਸੰਖ ਪੂਜਾ ਅਸੰਖ ਤਪਤਾ। ਪੂਜਾ ਜੋ ਹੈ ਉਹ ਕਿਸੇ ਦੇਵੀ ਨੂੰ, ਦੇਵਤੇ ਨੂੰ, ਕਿਸੇ ਆਪਣੇ ਇਸ਼ਟ ਨੂੰ ਉਹਦਾ ਸਤਿਕਾਰ ਕਰਨ ਲਈ, ਉਹਨੂੰ ਯਾਦ ਕਰਨ ਲਈ ਕੀਤੀ ਜਾਂਦੀ ਹੈ। ਇਹਨੂੰ ਅਰਚਨਾ ਵੀ ਕਹਿ ਦਿੱਤਾ ਜਾਂਦਾ ਹੈ। ਜਦੋਂ ਅਸੀਂ ਕਿਸੇ ਆਪਣੇ ਇਸ਼ਟ ਦੇ ਅੱਗੇ ਆਪਣੀ ਸ਼ਰਧਾ ਭੇਟ ਕਰਨੀ ਹੋਵੇ, ਉਹਨੂੰ ਸਨਮਾਨ ਦੇਣਾ ਹੋਵੇ, ਤਾਂ ਜੋ ਅਸੀਂ ਕਰਦੇ ਹਾਂ ਉਹਨੂੰ ਪੂਜਾ ਕਿਹਾ ਜਾਂਦਾ ਹੈ। ਹੌਲੀ ਹੌਲੀ, ਹਾਲਾਂਕਿ ਇਹਦਾ ਓਰੀਜਨਲ ਮੀਨਿੰਗ ਤਾਂ ਇਹ ਸੀ ਕਿ ਜਿਸ ਨੂੰ ਅਸੀਂ ਆਪਣੀ ਸਤਿਕਾਰ ਭੇਟ ਕਰਨਾ ਹੈ ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ। ਪਰ ਇਹ ਹੌਲੀ ਹੌਲੀ ਕਰਮ ਕਾਂਡੀ ਬਿਰਤੀ ਦੇ ਅਧੀਨ ਇਹ ਇੱਕ ਲੰਬਾ ਚੌੜਾ ਕਰਮ ਕਾਂਡ ਬਣ ਕੇ ਰਹਿ ਗਿਆ। ਤੇ ਹੁਣ ਇਹ ਹੈ ਕਿ ਪੂਜਾ ਕਰਨ ਲੱਗਿਆਂ ਦੀਵਾ ਬੱਤੀ ਫੁੱਲ ਫਲ ਪਾਣੀ, ਤਰ੍ਹਾਂ ਤਰ੍ਹਾਂ ਦੇ ਭੋਜਨ, ਧੂਪ ਅਗਰਬੱਤੀਆਂ ਇਤਿਆਦਿਕ ਅਨੇਕਾਂ ਚੀਜ਼ਾਂ ਨੂੰ ਮਿਲਾ ਕੇ ਵੱਖੋ ਵੱਖਰੇ ਇਸ਼ਟ ਦੇ ਲੋਕ, ਵੱਖੋ ਵੱਖਰੇ ਦੇਵਤਿਆਂ ਦੇ ਉਪਾਸ਼ਕ, ਉਹਨਾਂ ਦੇਵਤਿਆਂ ਦੇ ਸੁਭਾਅ ਜੋ ਮੰਨੇ ਗਏ ਹਨ ਉਹਨਾਂ ਦੇ ਮੁਤਾਬਕ ਵੱਖੋ ਵੱਖਰੇ ਢੰਗ ਦੇ ਨਾਲ ਜੋ ਹੈ ਆਪਣਾ ਸਨਮਾਨ ਤੇ ਸ਼ਰਧਾ ਜਿਹੜਾ ਹੈ ਉਹਨਾਂ ਨੂੰ ਭੇਟਾ ਕਰਦੇ ਹਨ। ਔਰ ਇਹਨਾਂ ਦੇ ਵਿੱਚ ਬੋਧੀ ਤੇ ਜੈਨੀਆਂ ਦੇ ਵੀ ਤਕਰੀਬਨ ਇਸੇ ਢੰਗ ਦੇ ਨਾਲ ਪੂਜਾ ਦੇ ਢੰਗ ਹਨ। ਤੋ ਸਤਿਗੁਰੂ ਕਹਿੰਦੇ ਹਨ ਕਿ ਅਸੰਖ ਜੀਵ ਆਪੋ ਆਪਣੇ ਢੰਗ ਨਾਲ ਆਪਣੇ ਇਸ਼ਟ ਦੀ ਪੂਜਾ ਕਰ ਰਹੇ ਹਨ, ਜਾਂ ਇਉਂ ਕਹੀਏ ਕਿ ਅਸੰਖਾਂ ਲੋਕ ਉਸ ਅਕਾਲ ਪੁਰਖ ਦੀ ਪੂਜਾ ਦੇ ਵਿੱਚ ਲੱਗੇ ਹੋਏ ਹਨ, ਕਿਉਂਕਿ ਅੰਤ ਨੂੰ ਜਿਨ੍ਹਾਂ ਦੀ ਉਹ ਪੂਜਾ ਕਰ ਰਹੇ ਹਨ ਉਹ ਵੀ ਤਾਂ ਅਕਾਲ ਪੁਰਖ ਦੇ ਹੀ ਤਾਂ ਬਣਾਏ ਹੋਏ ਹਨ। ਅਸੰਖ ਤਪ ਤਾਓ, ਤਪ ਜੋ ਸ਼ਬਦ ਹੈ ਇਹ ਬਾਣੀ ਦੇ ਵਿੱਚ ਬਹੁਤ ਵਾਰ ਆਉਂਦਾ ਹੈ। ਤਪ ਦਾ ਅਰਥ ਹੈ ਅੱਗ, ਤਪਸ਼, ਤੇ ਤਪ ਅਸਲ ਵਿੱਚ ਸ਼ਾਰਟ ਫਾਰਮ ਹੈ ਇੱਕ ਸ਼ਬਦ ਦੀ ਤਪਸ। ਤਾਂ ਤਪਸ ਦਾ ਹੈ ਅਰਥ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਗਰਮੀ ਦਿੰਦੇ ਹਾਂ, ਤਾਂ ਇਹ ਗਰਮੀ ਦਾ ਸਰੀਰ ਦੇ ਨਾਲ ਸੰਬੰਧ ਇਹ ਰੱਖਿਆ ਜਾਂਦਾ ਹੈ ਕਿ ਜਦੋਂ ਅਸੀਂ ਤੁਰਦੇ ਫਿਰਦੇ ਹਾਂ ਜਾਂ ਕੋਈ ਕਠਿਨ ਕੰਮ ਕਰਦੇ ਹਾਂ, ਮੁਸ਼ੱਕਤ ਵਾਲਾ ਕੰਮ ਕਰਦੇ ਹਾਂ, ਤੇ ਸਰੀਰ ਗਰਮ ਹੁੰਦਾ ਹੈ, ਤਾਂ ਉਹਨੂੰ ਵੀ ਤਪਸ਼ ਵਾਲਾ ਕੰਮ ਕਿਹਾ ਗਿਆ। ਤੇ ਇਸ ਤਰੀਕੇ ਦੇ ਨਾਲ ਇਹ ਮਿਥ ਲਿਆ ਗਿਆ ਕਿ ਜਦੋਂ ਅਸੀਂ ਸਰੀਰ ਨੂੰ ਕਸ਼ਟ ਦਿੰਦੇ ਹਾਂ, ਚਾਹੇ ਬਾਹਰੋਂ ਗਰਮੀ ਦੇਈਏ ਜਾਂ ਕੋਈ ਐਸਾ ਕਠਿਨ ਕੰਮ ਕਰਨ ਦੀ ਕੋਸ਼ਿਸ਼ ਕਰੀਏ, ਪ੍ਰਤਿੱਗਿਆ ਲੈ ਲਈਏ ਵੀ ਮੈਂ ਇਹ ਕੰਮ ਹਰ ਵੇਲੇ ਕਰਦੇ ਰਹਿਣਾ ਹੈ ਇਤਿਆਦਿਕ, ਤਾਂ ਉਹ ਤਪ ਅਖਵਾਉਂਦਾ ਹੈ। ਤਾਂ ਇਹ ਸਿਰਫ ਸਨਾਤਨ ਮਤ ਵਿੱਚ ਹੀ ਨਹੀਂ, ਜੈਨ ਮਤ ਦੇ ਵਿੱਚ ਵੀ ਸਰੀਰ ਨੂੰ ਕਸ਼ਟ ਦੇਣ ਦੇ ਕਈ ਢੰਗ ਮਿੱਥੇ ਗਏ ਹਨ। ਬੁੱਧ ਮਤ ਦੇ ਵਿੱਚ ਇਹਦਾ ਅਰਥ ਹੈ ਕਿ ਸਮਾਧੀ ਲਾਉਣੀ ਤੇ ਜੋ ਆਤਮਿਕ ਤਰੱਕੀ ਆ ਉਹਦੇ ਕੰਮ ਕਰਨੇ। ਤਾਂ ਇਹ ਸਾਰੀ ਵੈਰਾਈਟੀ ਜੋ ਤਪ ਦੇ ਅਧੀਨ ਆਉਂਦੀ ਹੈ ਉਹ ਗਿਣਿਆ ਜਾਂਦਾ ਹੈ ਕਿ ਇਹ ਪਵਿੱਤਰ ਕਰਮ ਹੈ। ਇਹ ਆਤਮਾ ਨੂੰ ਉੱਚੇ ਚੁੱਕਣ ਲਈ, ਆਪਣੇ ਇਸ਼ਟ ਨਾਲ ਜੋੜਨ ਲਈ, ਉਸ ਰੱਬ ਦੇ ਨਾਲ ਜੋੜਨ ਦੇ ਲਈ ਇਹ ਤਪ ਕਰਨਾ ਜੋ ਹੈ ਉਹ ਜ਼ਰੂਰੀ ਮੰਨਿਆ ਗਿਆ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਅਨੇਕਾਂ ਵਿਅਕਤੀ ਪੂਜਾ ਕਰ ਰਹੇ ਹਨ ਆਪੋ ਆਪਣੇ ਮਿੱਥੇ ਹੋਏ ਢੰਗਾਂ ਦੇ ਨਾਲ। ਉਹਨਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ, ਕਿੰਨੀਆਂ ਪੂਜਾ ਹੋ ਰਹੀਆਂ ਹਨ, ਕਿੰਨੀ ਕਿਸਮ ਦੀਆਂ ਪੂਜਾ ਹੋ ਰਹੀਆਂ ਹਨ, ਕਿਹੜੇ ਕਿਹੜੇ ਵੇਲੇ ਹੋ ਰਹੀਆਂ ਹਨ, ਤੇ ਕੌਣ ਕੌਣ ਕਰ ਰਿਹਾ, ਇਹ ਸਭ ਕੁਝ ਅਣਗਿਣਤ ਹਨ, ਇਹਨਾਂ ਦਾ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਬਹੁਤ ਵੱਡੀ ਗਿਣਤੀ, ਇੰਨੀ ਵੱਡੀ ਗਿਣਤੀ ਕਿ ਸਾਡੀ ਸਮਝ ਤੋਂ ਬਾਹਰ ਹੈ। ਤਾਂ ਅਸੰਖ ਸਤਿਗੁਰਾਂ ਨੇ ਕਿਹਾ ਅਸੰਖ ਪੂਜਾਵਾਂ ਹੋ ਰਹੀਆਂ ਹਨ ਉਸ ਅਕਾਲ ਪੁਰਖ ਦੀਆਂ, ਤੇ ਇਹਨਾਂ ਨੂੰ ਕਰਨ ਵਾਲੇ ਵਿਅਕਤੀ ਵੀ ਹਨ, ਮਨੁੱਖ ਵੀ ਹਨ ਜਿਹੜੇ ਉਹ ਪੂਜਾ ਕਰ ਰਹੇ ਹਨ। ਤੇ ਇਸੇ ਤਰ੍ਹਾਂ ਹੀ ਅਸੰਖਾਂ ਹੀ ਲੋਕ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਜਾਂ ਜੋ ਵੀ ਢੰਗ ਦੇ ਨਾਲ ਉਹ ਆਪਣਾ ਤਪ ਗਿਣਦੇ ਹਨ ਉਹ ਤਪ ਕਰ ਰਹੇ ਹਨ। ਤਾਓ ਦਾ ਭਾਵ ਹੈ ਤਪ ਨੂੰ ਤਪਾਉਣਾ, ਸਾਡੀ ਭਾਸ਼ਾ ਦੇ ਵਿੱਚ ਜਿਵੇਂ ਕਹਿ ਸਕਦੇ ਹਨ ਕਿ ਉਹ ਤਪਾਂ ਦੇ ਵਿੱਚ ਲੱਗੇ ਹੋਏ ਹਨ। ਤੋ ਸਤਿਗੁਰੂ ਅੱਗੇ ਕਹਿੰਦੇ ਹਨ ਅਸੰਖ ਗ੍ਰੰਥ ਮੁਖ ਵੇਦ ਪਾਠ। ਵੇਦ ਜੋ ਹਨ ਸਨਾਤਨ ਮਤ ਦੇ ਪ੍ਰਮੁੱਖ ਸਭ ਤੋਂ ਪੁਰਾਤਨ ਗ੍ਰੰਥ ਗਿਣੇ ਗਏ ਹਨ।
ਪਰ ਇੱਥੇ ਵੇਦ ਦਾ ਅਰਥ ਸਿਰਫ ਵੇਦ ਤੱਕ ਸੀਮਤ ਨਹੀਂ ਅਸੀਂ ਕਰ ਸਕਦੇ। ਵੇਦ ਤੇ ਇਹਨਾਂ ਦੇ ਅੰਦਰ ਜੋ ਹੋਰ ਕਿਤਾਬਾਂ ਮੰਨੀਆਂ ਗਈਆਂ ਹਨ, ਇਹਨਾਂ ਦੇ ਹੋਰ ਹਿੱਸੇ ਮੰਨੇ ਗਏ ਹਨ ਜਾਂ ਇਹਨਾਂ ਦੀ ਵਿਆਖਿਆ ਕਰਨ ਵਾਲੇ ਗ੍ਰੰਥ ਹਨ, ਉਹ ਸਾਰੇ ਵੇਦ ਦੇ ਵਿੱਚ ਹੀ ਗਿਣੇ ਜਾ ਸਕਦੇ ਹਨ। ਤੇ ਉਹਨਾਂ ਦਾ ਪਾਠ ਕਰਨ ਵਾਲੇ ਵੀ ਅਸੰਖ ਹਨ। ਬੇਅੰਤ ਜੀ ਵੇਦਾਂ ਤੇ ਹੋਰ ਧਾਰਮਿਕ ਪੁਸਤਕਾਂ ਦਾ ਪਾਠ ਕਰ ਰਹੇ ਹਨ। ਨਾ ਹੀ ਅਸੀਂ ਵੇਦਾਂ ਦੇ ਅਰਥ ਨੂੰ ਇੱਥੇ ਗੱਲ ਨੂੰ ਸਮਝਣ ਵਾਸਤੇ ਸਿਰਫ ਸਨਾਤਨ ਧਰਮ ਤੱਕ ਹੀ ਸਮਝ ਸਕਦੇ ਹਾਂ। ਇਹਨੂੰ ਇਉਂ ਸਮਝ ਲਈਏ ਕਿ ਕੋਈ ਵਿਅਕਤੀ ਜਿਸ ਵੀ ਧਰਮ ਦਾ ਹੈ, ਜੋ ਵੀ ਉਹਦਾ ਇਸ਼ਟ ਹੈ, ਜਿਸ ਵੀ ਮਾਰਗ ਨੂੰ ਫੋਲੋ ਕਰਦਾ ਹੈ, ਉਹਦੇ ਵਾਸਤੇ ਜਿਹੜੇ ਧਾਰਮਿਕ ਗ੍ਰੰਥ ਹਨ, ਉਹਨਾਂ ਦੇ ਅਸੰਖਾਂ ਲੋਕ ਪਾਠ ਕਰ ਰਹੇ ਹਨ। ਇਹ ਪਾਠ ਕੀਤੇ ਜਾਂਦੇ ਹਨ ਕਿ ਮਨੋਰਥ ਜੋ ਦੱਸਿਆ ਜਾਂਦਾ ਹੈ ਕਿ ਵੇਦਾਂ ਦਾ ਪਾਠ ਕਰਨ ਨਾਲ, ਭਾਵ ਵੇਦਾਂ ਦੇ ਵਿਚਾਰ ਇਹਨੂੰ ਸਮਝ ਕੇ ਪਾਠ ਕਰਨ ਦੇ ਨਾਲ ਸਾਨੂੰ ਉਹਨਾਂ ਸੱਚਾਈਆਂ ਦੀ ਸਮਝ ਆਉਂਦੀ ਹੈ ਜੋ ਵੇਦਾਂ ਦੇ ਵਿੱਚ ਦੱਸੀ ਗਈ ਹੈ, ਭਾਵ ਧਾਰਮਿਕ ਪੁਸਤਕਾਂ ਦੇ ਵਿੱਚ ਦੱਸੀ ਗਈ ਹੈ। ਤੇ ਇਹ ਗਿਆਨ ਨੂੰ ਹੀ ਪ੍ਰਾਪਤ ਕਰਕੇ ਅਕਾਲ ਪੁਰਖ ਤੱਕ, ਵਾਹਿਗੁਰੂ ਤੱਕ ਪਹੁੰਚਿਆ ਜਾ ਸਕਦਾ ਹੈ। ਐਸਾ ਸਨਾਤਨ ਮਤ ਦੇ ਕਈ ਸ਼ਾਸਤਰਾਂ ਦਾ ਮੰਨਣਾ ਹੈ। ਤੋ ਇਸ ਕਰਕੇ ਧਾਰਮਿਕ ਪੁਸਤਕਾਂ ਦਾ ਪਾਠ ਕਰਨਾ ਇੱਕ ਬਹੁਤ ਪਵਿੱਤਰ ਕਰਮ ਮੰਨਿਆ ਜਾਂਦਾ ਹੈ। ਉਹਨੂੰ ਲੋਕ ਲਗਾਤਾਰ ਕਰਦੇ ਹਨ, ਬਾਰ-ਬਾਰ ਕਰਦੇ ਹਨ। ਤੋ ਸਤਿਗੁਰੂ ਕਹਿੰਦੇ ਹਨ ਐਸੇ ਵੀ ਅਸੰਖਾਂ ਹੀ ਲੋਕ ਹਨ, ਅਣਗਿਣਤ ਲੋਕ ਹਨ, ਜਿਹੜੇ ਇਹ ਸਾਰਾ ਕੰਮ ਕਰ ਰਹੇ ਹਨ, ਧਾਰਮਿਕ ਗ੍ਰੰਥਾਂ ਦਾ ਲਗਾਤਾਰ ਪਾਠ ਕਰ ਰਹੇ ਹਨ। ਤੇ ਪਤਾ ਨਹੀਂ ਅਸੰਖਾਂ ਹੀ ਪਾਠ ਹੋ ਰਹੇ ਹਨ ਉਸ ਪ੍ਰਭੂ ਦੀ ਉਸਤਤ ਦੇ ਵਿੱਚ। ਅਸੰਖ ਜੋਗ ਮਨ ਰਹਿ ਉਦਾਸ। ਹੁਣ ਅਸੰਖਾਂ ਹੀ ਜੋਗੀ ਹਨ, ਉਹ ਜੋਗੀ ਜਿਹੜੇ ਯੋਗ ਦੀ ਸਾਧਨਾ ਕਰਦੇ ਹਨ, ਉਹਦੇ ਵਿੱਚ ਅਤ ਉੱਚੀ ਅਵਸਥਾ ਨੂੰ ਪ੍ਰਾਪਤ ਕਰਦੇ ਹਨ, ਔਰ ਉਹਨਾਂ ਦੇ ਮਨ ਦੇ ਅੰਦਰ ਉਹ ਉਪਰਾਮ ਰਹਿੰਦੇ ਹਨ, ਉਦਾਸ ਰਹਿੰਦੇ ਹਨ ਇਸ ਜਗਤ ਤੋਂ। ਉਹ ਮਾਇਆ ਤੋਂ ਉਪਰਾਮ ਰਹਿਣ ਵਾਲੇ ਜਿਹੜੇ ਜੋਗੀ ਹਨ, ਉਹਨਾਂ ਦਾ ਜ਼ਿਕਰ ਹੈ ਕਿ ਅਸੰਖਾ ਜੋਗੀ ਮਾਇਆ ਤੋਂ ਉਪਰਾਮ ਹੋ ਕੇ ਆਪਣੀ ਯੋਗ ਸਾਧਨਾ ਦੇ ਵਿੱਚ ਲੱਗੇ ਹੋਏ ਹਨ। ਅਸੰਖਾਂ ਹੀ ਯੋਗ ਸਾਧਨਾਵਾਂ ਹੋ ਰਹੀਆਂ ਹਨ, ਕਿਉਂਕਿ ਯੋਗ ਸਾਧਨਾਵਾਂ ਵੀ ਕੋਈ ਇੱਕ ਕਿਸਮ ਦੀਆਂ ਨਹੀਂ ਹੁੰਦੀਆਂ, ਅਨੇਕਾਂ ਕਿਸਮ ਦੀਆਂ ਹਨ। ਕੋਈ ਆਸਨ ਕਰਦਾ ਹੈ, ਕੋਈ ਪ੍ਰਾਣਾਯਾਮ ਕਰਦਾ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਅਸੰਖ ਸਾਧਨਾਵਾਂ ਵੀ ਹੋ ਰਹੀਆਂ ਹਨ ਯੋਗ ਦੀਆਂ, ਤੇ ਅਸੰਖਾਂ ਹੀ ਯੋਗੀ ਇਸ ਕੰਮ ਦੇ ਵਿੱਚ ਲੱਗੇ ਹੋਏ ਹਨ। ਮਾਇਆ ਤੋਂ ਵਿਰਕਤ ਹੋ ਕੇ, ਮਾਇਆ ਤੋਂ ਉਪਰਾਮ ਹੋ ਕੇ, ਸੰਨਿਆਸੀ ਬਣ ਕੇ, ਸਭ ਕੁਝ ਛੱਡ ਕੇ ਉਹ ਇਸੇ ਕੰਮ ਵਿੱਚ ਹੀ ਲੱਗੇ ਹੋਏ ਹਨ ਤੇ ਸਾਧਨਾਵਾਂ, ਆਪਣੀਆਂ ਯੋਗ ਸਾਧਨਾਵਾਂ ਕਰ ਰਹੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ। ਤੋ ਅਸੰਖ ਹੀ ਭਗਤ ਹਨ। ਤੋ ਭਗਤ ਦੇ ਅਰਥ ਹਨ, ਜਿਵੇਂ ਕਿ ਬਾਕੀ ਦੀ ਪੰਕਤੀ, ਅਗਲੀ ਅੱਧੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਦੱਸਿਆ ਹੈ ਕਿ ਭਗਤ ਉਹ ਹਨ ਜਿਹੜੇ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਤੇ ਅਕਾਲ ਪੁਰਖ ਦੇ ਗਿਆਨ ਦੀ ਵਿਚਾਰ ਕਰਦੇ, ਉਹਦੇ ਗੁਣਾਂ ਵੱਲ ਧਿਆਨ ਲਗਾਉਂਦੇ ਹਨ। ਅਸੀਂ ਸੁਣਦੇ ਹਾਂ ਕਿ ਅਕਾਲ ਪੁਰਖ ਦੇ ਅਨੇਕਾਂ ਨਾਮ ਜਿਹੜੇ ਹਨ ਉਹਦੇ ਗੁਣਾਂ ਦੇ ਕਰਕੇ ਰੱਖੇ ਗਏ ਹਨ। ਕੋਈ ਉਹਨੂੰ ਕਰੀਮ ਕਹਿੰਦਾ ਹੈ, ਕੋਈ ਦੀਨ ਬੰਧੂ ਕਹਿੰਦਾ ਹੈ। ਇਸੇ ਤਰ੍ਹਾਂ ਹੀ ਅਕਾਲ ਪੁਰਖ ਦੇ ਗਿਆਨ ਦੀ ਵੀ ਵਿਚਾਰ, ਉਸ ਅਕਾਲ ਪੁਰਖ ਨੂੰ ਕਿਸ ਤਰ੍ਹਾਂ ਸਮਝਣਾ ਹੈ, ਉਸ ਅਕਾਲ ਪੁਰਖ ਤੱਕ ਕਿਸ ਤਰ੍ਹਾਂ ਪਹੁੰਚਣਾ ਹੈ, ਉਹਦੇ ਤੱਕ ਜਾਣ ਦੇ ਕੀ ਰਸਤੇ ਹਨ, ਤਾਂ ਉਹਨਾਂ ਦੇ ਉੱਤੇ ਅਮਲ ਕਰਨ ਵਾਲੇ ਇਹ ਭਗਤ ਲੋਕ ਹਨ ਜਿਹੜੇ ਉਸ ਅਕਾਲ ਪੁਰਖ ਦੇ ਗੁਣਾਂ ਨਾਲ, ਉਸ ਅਕਾਲ ਪੁਰਖ ਦੇ ਗਿਆਨ ਦੇ ਨਾਲ ਜੁੜੇ ਹੋਏ। ਹੁਣ ਵਿਚਾਰ ਦਾ ਅਰਥ ਹੈ ਕਿ ਜਦੋਂ ਅਸੀਂ ਆਪਣੀ ਬੁੱਧੀ ਦਾ ਚੰਗਾ ਉਪਯੋਗ ਕਰਕੇ, ਸਦ ਉਪਯੋਗ ਕਰਕੇ ਅਸੀਂ ਕਿਸੇ ਕੰਮ ਨੂੰ ਕਰਦੇ ਹਾਂ ਤਾਂ ਉਹਨੂੰ ਕਿਹਾ ਜਾਂਦਾ ਹੈ ਕਿ ਇਹ ਵਿਚਾਰ ਹੈ, ਵਿਚਾਰ ਕੇ ਕੰਮ ਕੀਤਾ ਗਿਆ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਅਨੇਕਾਂ ਅਜਿਹੇ ਭਗਤ ਹਨ ਇਸ ਜਗਤ ਦੇ ਵਿੱਚ ਜਿਹੜੇ ਅਨੇਕਾਂ ਢੰਗਾਂ ਦੇ ਨਾਲ ਉਸ ਪ੍ਰਭੂ ਦੇ ਗੁਣਾਂ ਨੂੰ ਯਾਦ ਕਰ ਰਹੇ ਹਨ, ਗੁਣਾਂ ਦਾ ਵਿਆਖਿਆਨ ਕਰ ਰਹੇ ਹਨ, ਉਹਦੇ ਗਿਆਨ ਦਾ ਵਿਚਾਰ ਕਰ ਰਹੇ ਹਨ, ਉਹਦੇ ਤੱਕ ਪਹੁੰਚਣ ਦਾ ਰਸਤਾ ਲੱਭ ਰਹੇ। ਅਸੰਖ ਸਤੀ ਅਸੰਖ ਦਾਤਾਰ। ਸਤੀ ਦਾ ਅਰਥ ਜੋ ਹੈ ਓਰੀਜਨਲ, ਉਹ ਪਵਿੱਤਰ ਆਤਮਾ ਵਾਲਾ ਬੰਦਾ ਹੈ, ਜਿਸ ਦੀ ਆਤਮਾ ਬਿਲਕੁਲ ਪਵਿੱਤਰ ਹੋਵੇ,
ਜਾਂ ਐਸਾ ਵਿਅਕਤੀ ਜਿਹੜਾ ਆਪਣਾ ਧਿਆਨ ਕਿਸੇ ਇੱਕ ਪਾਸੇ ਲਗਾ ਸਕੇ। ਪਰ ਇਸ ਦਾ ਜੋ ਆਮ ਵਿਹਾਰਕ ਮਤਲਬ ਲਿਆ ਜਾਂਦਾ ਹੈ ਉਹ ਹੈ ਜਿਸ ਮਨੁੱਖ ਦੇ ਅੰਦਰ ਦਇਆ ਭਾਵਨਾ ਬੜੀ ਪ੍ਰਬਲ ਹੋਵੇ ਔਰ ਉਹ ਹਰ ਵੇਲੇ ਦਾਨ ਕਰਨ ਨੂੰ ਤਿਆਰ ਹੋਵੇ। ਤਾਂ ਸਤੀ ਦਾ ਅਰਥ ਹੈ ਦਾਨੀ ਮਨੁੱਖ। ਅਸੰਖ ਸਤੀ, ਅਸੰਖਾਂ ਹੀ ਐਸੇ ਦਾਨੀ ਮਨੁੱਖ ਜਿਹੜੇ ਹਨ ਉਹ ਹਨ ਜਿਹੜੇ ਦਾਨ ਕਰ ਰਹੇ ਹਨ। ਆਪਣੇ ਤੋਂ ਕਹਿ ਲਈਏ ਕਿ ਜਿਨ੍ਹਾਂ ਲੋੜਵੰਦਾਂ ਨੂੰ ਉਹਨਾਂ ਦੀ ਮਦਦ ਕਰਕੇ ਉਹਨਾਂ ਦੇ ਜੀਵਨ ਨੂੰ ਸੌਖਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦੇ ਮਨ ਦੇ ਵਿੱਚ ਸਤੀ ਉਹ ਹੈ ਕਿ ਜਿਹਨੂੰ ਦਾਨ ਦੇਣ ਦਾ ਵਿਚਾਰ ਹੀ ਸਭ ਤੋਂ ਉੱਤਮ ਵਿਚਾਰ ਲੱਗਦਾ ਹੈ ਤੇ ਉਹ ਆਪਣੇ ਜੀਵਨ ਵਿੱਚ ਦਾਨ ਦੇਣ ਨੂੰ ਹੀ ਸਭ ਤੋਂ ਚੰਗਾ ਕਰਮ ਮੰਨ ਕੇ ਇਸੇ ਵਿੱਚ ਹੀ ਲੱਗਾ ਰਹਿੰਦਾ ਹੈ। ਉਹ ਆਪ ਲਵੇ, ਆਪ ਪੈਸਾ ਦੇਵੇ ਜਾਂ ਲੋਕਾਂ ਤੋਂ ਇਕੱਠਾ ਕਰਕੇ ਦੇਵੇ, ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਦਾਨ ਦੇ ਕੰਮ ਦੇ ਵਿੱਚ ਹੀ ਲੱਗਿਆ ਰਹਿੰਦਾ ਹੈ। ਅਸੰਖ ਦਾਤਾਰ, ਦਾਤਾਰ ਉਹ ਹੈ ਜਿਹੜਾ ਕਿਸੇ ਨੂੰ ਦਾਤਾਂ ਦੇ ਸਕੇ। ਉਹਦੇ ਵਿੱਚ ਦਇਆ ਵੀ ਚਾਹੀਦੀ ਹੈ ਤੇ ਉਹਦੇ ਵਿੱਚ ਬਖਸ਼ਿਸ਼ ਕਰਨ ਦੀ, ਦਾਨ ਦੇਣ ਦੀ ਜਾਂ ਦਾਤਾਂ ਦੇਣ ਦੀ ਸਮਰੱਥਾ ਵੀ ਚਾਹੀਦੀ ਹੈ। ਤੋ ਦਾਤਾਰ ਉਹ ਹਨ ਜਿਹੜੇ ਆਮ ਦੁਨਿਆਵੀ ਤੌਰ ਦੇ ਉੱਤੇ ਵੱਡੇ ਵੱਡੇ ਦਾਤਾਂ ਦੇਣ ਵਾਲੇ ਧਨੀ ਪੁਰਖ ਜਾਂ ਰਾਜੇ ਪੁਰਖ ਜਾਂ ਵਿਦਿਆ ਦੇ ਦਾਤੇ, ਅਨੇਕਾਂ ਦਾਤਾਰ ਹਨ। ਦਾਤੇ ਮਨੁੱਖ ਹਨ ਜਿਹੜੇ ਆਪਣੀ ਆਪਣੀ ਵਿੱਤ ਦੇ ਅਨੁਸਾਰ ਦਾਤਾਂ ਦਿੰਦੇ ਰਹਿੰਦੇ ਹਨ ਤੇ ਅਕਾਲ ਪੁਰਖ ਦੇ ਬਣਾਏ ਹੋਏ ਮਨੁੱਖਾਂ ਦੇ ਜੀਵਨ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਤੋ ਅਸੰਖ ਸਤੀ, ਅਸੰਖ ਦਾਤਾ, ਅਸੰਖ ਸੂਰ, ਮੋਹ ਭਖ ਸਾਰ। ਸਾਰ ਦਾ ਅਰਥ ਹੈ ਲੋਹਾ, ਲੋਹੇ ਤੋਂ ਭਾਵ ਹੈ ਹਥਿਆਰ, ਤੇ ਸੂਰ ਕਹਿੰਦੇ ਹਨ ਸੂਰਮੇ ਨੂੰ। ਤੋ ਸਤਿਗੁਰੂ ਕਹਿੰਦੇ ਹਨ ਕਿ ਅਨੇਕਾਂ ਹੀ ਐਸੇ ਸੂਰਮੇ ਹਨ ਜਿਹੜੇ ਮੋਹ ਭਖ ਭਾਵ ਆਪਣੇ ਮੂੰਹ ਤੇ ਖਾਂਦੇ ਹਨ। ਜਦੋਂ ਉਹਨਾਂ ਤੇ ਕੋਈ ਵਾਰ ਕਰਦਾ ਹੈ ਤਾਂ ਮੂੰਹ ਤੇ ਖਾਂਦੇ ਹਨ, ਭਾਵ ਅੱਗੋਂ ਹਿੰਮਤ ਕਰਕੇ, ਵੀਰਤਾ ਦਿਖਾ ਕੇ, ਸਨਮੁਖ ਹੋ ਕੇ ਆਪਣੇ ਸ਼ਸਤਰਾਂ ਦੇ ਵਾਰ ਸਹਿੰਦੇ ਹਨ ਤੇ ਉਹਦਾ ਮੁਕਾਬਲਾ ਕਰਦੇ ਹਨ। ਸਤਿਗੁਰੂ ਕਹਿੰਦੇ ਹਨ ਅਨੇਕਾਂ ਹੀ ਐਸੇ ਮਹਾਨ ਸੂਰਮੇ ਹਨ, ਸੂਰ ਹਨ ਜੋ ਸਨਮੁਖ ਹੋ ਕੇ ਸ਼ਸਤਰਾਂ ਦੇ ਵਾਰ ਸਹਿੰਦੇ ਹਨ ਤੇ ਸ਼ਸਤਰਾਂ ਦੇ ਵਾਰ ਕਰਦੇ ਹਨ। ਹੁਣ ਸੂਰਮਿਆਂ ਨੂੰ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ। ਸਤਿਗੁਰੂ ਕਹਿੰਦੇ ਹਨ ਕਿ ਅਜਿਹੇ ਵੀ ਮਨੁੱਖਤਾ ਦੇ ਉੱਤਮ ਨਮੂਨੇ ਹਨ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਸ਼ਸਤਰਾਂ ਦੇ ਨਾਲ ਲੜਦੇ ਹਨ ਤੇ ਸਾਹਮਣੇ ਹੋ ਕੇ ਲੜਦੇ ਹਨ, ਭਾਵੇਂ ਉਹਨਾਂ ਨੂੰ ਕਿੰਨੇ ਵੀ ਮੂੰਹ ਦੇ ਉੱਤੇ ਵਾਰ ਕਿਉਂ ਨਾ ਖਾਣੇ ਪੈ ਜਾਣ, ਭਾਵ ਸਾਹਮਣੇ ਤੋਂ ਵਾਰ ਕਿਉਂ ਨਾ ਸਹਿਣੇ ਪੈ ਜਾਣ, ਐਸੇ ਵੀ ਅਨੇਕਾਂ ਸੂਰਮੇ ਹਨ। ਅਸੰਖ ਮੋਨ ਲਿਵ ਲਾਏ ਤਾਰ, ਮੋਨ ਸਿਹਾਰੀ ਲੱਗੀ ਹੈ, ਇਹਦਾ ਅਰਥ ਹੈ ਮੋਨੀ। ਸਾਡੇ ਦੇਸ਼ ਦੇ ਵਿੱਚ ਅਨੇਕਾਂ ਲੋਕ ਐਸੇ ਹਨ ਜਿਹੜੇ ਚੁੱਪ ਰਹਿ ਕੇ ਸਮਾਧੀਆਂ ਲਾ ਕੇ ਉਹ ਉਸ ਨੂੰ ਮੌਨ ਧਾਰਨ ਕਰਦੇ ਹਨ। ਉਹਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਦੁਨੀਆ ਤੋਂ ਕੁਝ ਨਹੀਂ ਲੈਣਾ ਦੇਣਾ, ਅਸੀਂ ਕੇਵਲ ਉਸ ਆਪਣੇ ਇਸ਼ਟ ਦੇ ਨਾਲ ਜੁੜਨਾ ਹੈ, ਨਾ ਕਿਸੇ ਨਾਲ ਗੱਲ ਕਰਨੀ ਹੈ, ਨਾ ਸੁਣਨੀ ਹੈ। ਤਾਂ ਐਸੇ ਵਿਅਕਤੀਆਂ ਨੂੰ ਮੌਨੀ ਕਿਹਾ ਜਾਂਦਾ ਹੈ। ਹੁਣ ਸੱਚ ਵਿੱਚ ਮੌਨੀ ਹੁੰਦੇ ਹਨ, ਉਹਨਾਂ ਦਾ ਮਨ ਵੀ ਮੌਨੀ ਬਣਦਾ ਹੈ ਕਿ ਨਹੀਂ ਬਣਦਾ ਉਹ ਤਾਂ ਗੱਲ ਵੱਖਰੀ ਹੈ। ਪਰ ਸਤਿਗੁਰੂ ਕਹਿੰਦੇ ਹਨ ਕਿ ਅਜਿਹੇ ਵੀ ਮੌਨੀ ਹਨ ਲਿਵ ਲਾਏ ਤਾਰ, ਆਪਣੀ ਲਿਵ ਨੂੰ ਇੱਕ ਰਸ, ਆਪਣੀ ਬਿਰਤੀ ਨੂੰ ਉਸ ਤਰਫ ਜੋੜਦੇ ਹਨ ਜਿਸ ਨੂੰ ਉਹ ਆਪਣਾ ਇਸ਼ਟ ਮੰਨਦੇ ਹਨ, ਔਰ ਉਹ ਲਿਵ ਲਾ ਕੇ ਬੈਠੇ ਹੀ ਰਹਿੰਦੇ ਹਨ। ਤੋ ਇੱਕ ਰਸ ਬੈਠ ਕੇ ਆਪਣੀ ਲਿਵ ਨੂੰ ਜੋੜ ਕੇ ਐਸੇ ਅਨੇਕਾਂ ਹੀ, ਅਣਗਿਣਤ ਹੀ, ਬੇਅੰਤ ਹੀ ਮੌਨੀ ਹਨ ਜੋ ਮੌਨ ਧਾਰਨ ਕਰਕੇ ਬੈਠੇ ਹਨ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਤੇ ਸਤਿਗੁਰੂ ਕਹਿੰਦੇ ਹਨ ਕਿ ਮੇਰੀ ਕਿੱਥੇ ਐਸੀ ਹਿੰਮਤ, ਮੇਰੀ ਪਾਇਆ, ਮੇਰੀ ਸਮਰੱਥਾ, ਕੁਦਰਤ ਕਵਣ, ਕਿ ਮੈਂ ਇਹ ਸਾਰੀ ਵਿਚਾਰ ਤੇਰੇ ਇਸ ਬਣਾਏ ਹੋਏ ਜਗਤ ਦੀ ਤੇ ਤੇਰੀਆਂ ਬਰਕਤਾਂ ਦੀ, ਤੇਰੇ ਹੁਕਮ ਦੀ ਮੈਂ ਕਰ ਸਕਾਂ, ਕਿਉਂਕਿ ਇਹ ਸਾਰਾ ਕੁਝ ਤੇਰਾ ਹੁਕਮ ਹੀ ਤਾਂ ਵਰਤ ਰਿਹਾ ਹੈ। तो मेरी ऐसी कोई समर्था नहीं कि मैं तेरी कुदरत की
ਤੇਰੇ ਬਣਾਏ ਹੋਏ ਜਗਤ ਦੀ ਵਿਚਾਰ ਕਰ ਸਕਾਂ, ਮੇਰੀ ਐਸੀ ਕੋਈ ਸਮਰੱਥਾ ਨਹੀਂ। ਹੇ ਅਕਾਲ ਪੁਰਖ, ਮੇਰੀ ਤਾਂ ਇੰਨੀ ਵੀ ਸਮਰੱਥਾ ਨਹੀਂ ਕਿ ਮੈਂ ਤੇਰੇ ਤੋਂ ਇੱਕ ਵਾਰੀ ਵਾਰਿਆ ਜਾ ਸਕਾਂ, ਤੇਰੇ ਤੋਂ ਇੱਕ ਵਾਰੀ ਬਲਿਹਾਰ ਜਾ ਸਕਾਂ। ਭਾਵ ਮੇਰੀ ਹਸਤੀ ਤਾਂ ਬਹੁਤ ਤੁੱਛ ਹੈ। ਮੈਂ ਤੇਰੀ ਕੁਦਰਤ ਦਾ, ਤੇਰੇ ਬਣਾਏ ਹੋਏ ਜਗਤ ਦਾ ਅੰਤ ਕਿੱਥੋਂ ਪਾ ਸਕਦਾ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਨਿਰੰਕਾਰ, ਤੂੰ ਸਦਾ ਸਲਾਮਤ ਹੈ, ਤੂੰ ਸਦਾ ਅਟਲ ਰਹਿਣ ਵਾਲਾ ਹੈ। ਅਤੇ ਜੋ ਤੈਨੂੰ ਚੰਗਾ ਲੱਗਦਾ ਹੈ, ਅਸਲ ਦੇ ਵਿੱਚ ਉਹੀ ਕੰਮ ਭਲਾ ਹੈ। ਭਾਵ ਸਾਡੇ ਮਨ ਦੀ ਅਵਸਥਾ, ਸਤਿਗੁਰੂ ਕਹਿੰਦੇ ਹਨ, ਉਹ ਹੋਣੀ ਚਾਹੀਦੀ ਹੈ, ਜਾਂ ਜਿਹੜੇ ਇਸ ਨਾਮ ਮਾਰਗ ਉੱਤੇ ਤੁਰ ਰਹੇ ਹਨ, ਉਹਨਾਂ ਦੀ ਅਵਸਥਾ ਇਹ ਹੁੰਦੀ ਹੈ ਕਿ ਉਹਨਾਂ ਨੂੰ ਉਹੀ ਚੰਗਾ ਲੱਗਦਾ ਹੈ ਜੋ ਤੂੰ ਕਰ ਰਿਹਾ ਹੈ, ਜੋ ਤੇਰੀ ਰਜ਼ਾ ਹੈ, ਜੋ ਤੇਰਾ ਹੁਕਮ ਹੈ। ਤੋ ਤੇਰੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਹੀ, ਇਹੀ ਸਾਡਾ ਫਰਜ਼ ਬਣਦਾ ਹੈ। ਹੁਣ ਸਤਿਗੁਰੂ ਜੀ ਨੇ ਇਸ ਪੌੜੀ ਨੂੰ ਸਾਡੇ ਸਾਹਮਣੇ ਰੱਖਿਆ ਹੈ। ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਸੀ ਕਿ ਪਿਛਲੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਕਿਹਾ ਸੀ ਕਿ ਤਿਸ ਤੇ ਹੋਏ ਲੱਖ ਦਰਿਆ। ਉਹ ਹੁਣ ਸਾਨੂੰ ਉਦਾਹਰਨ ਦੇ ਕੇ ਸਮਝਦੇ ਹਨ। ਆਪਾਂ ਇਹੋ ਸਮਝ ਲਈਏ ਕਿ ਜਿਸ ਤਰ੍ਹਾਂ ਅਕਾਲ ਪੁਰਖ ਨੇ ਅਨੇਕਾਂ ਕਿਸਮਾਂ ਦੇ ਜੀਵਨ ਦੇ ਦਰਿਆ ਰਚੇ ਹਨ, ਉਹਨਾਂ ਵਿੱਚ ਕੁਝ ਜ਼ਿਕਰ ਕਰਕੇ ਉਹ ਸਾਨੂੰ ਅਕਾਲ ਪੁਰਖ ਦੇ ਹੁਕਮ ਨਾਲ ਜੁੜਨ ਦੀ ਪ੍ਰੇਰਨਾ ਕਰਨ ਲਈ ਸਮਝਾ ਰਹੇ ਹਾਂ ਕਿ ਅਸੀਂ ਉਹਦਾ ਅੰਤ ਨਹੀਂ ਪਾ ਸਕਦੇ। ਕੁਦਰਤ ਕਵਣ ਕਹਾਂ ਵਿਚਾਰ, ਇਹ ਸਾਰੀ ਕੁਦਰਤ ਉਸੇ ਦੀ ਹੀ ਇੱਕ ਭਲੀ ਖੇਡ ਹੈ, ਸੁੰਦਰ ਖੇਡ ਹੈ। ਜੋ ਉਸਨੇ ਬਣਾਇਆ ਹੈ ਉਹ ਅੱਛਾ ਹੈ, ਪਵਿੱਤਰ ਹੈ, ਸੁੰਦਰ ਹੈ, ਭਲਾ ਹੈ। ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗਾ ਤੂੰ ਬਣਾਇਆ, ਉਹੀ ਸੁੰਦਰ ਹੈ, ਉਹੀ ਭਲਾ ਹੈ। ਉਹ ਇਸ ਵਿੱਚ ਅਨੇਕਾਂ ਤਰ੍ਹਾਂ ਦੇ ਮਨੁੱਖ ਜਾਤੀ ਦੇ ਵੀ ਲੋਕ ਹਨ। ਇਹ ਸਾਰੇ ਹੀ ਉਸ ਦੇ ਧਰਮ ਰੂਪੀ ਹੁਕਮ ਦੇ ਰਾਹੀਂ ਪੈਦਾ ਹੋਏ ਹਨ, ਉਸ ਦੇ ਹੁਕਮ ਦੇ ਅਧੀਨ ਹੀ ਪੈਦਾ ਹੋਏ ਹਨ। ਜਿਹੜਾ ਉਹਨੇ ਹੁਕਮ ਕੀਤਾ ਉਹਦੇ ਮੁਤਾਬਕ ਹੀ ਬਣੇ ਹਨ। ਚੰਗੇ ਵੀ ਹਨ, ਮੰਦੇ ਵੀ ਹਨ। ਇਹ ਸਾਰੇ ਹੀ ਉਸਨੇ ਦਇਆ ਕਰਕੇ ਪੈਦਾ ਕੀਤੇ ਹਨ। ਤੋ ਸਤਿਗੁਰੂ ਕਹਿੰਦੇ ਹਨ ਕਿ ਇਹਦੇ ਵਿੱਚੋਂ ਸਾਨੂੰ ਉਹਦੇ ਹੁਕਮ ਅਨੁਸਾਰ ਹੋਣ ਕਰਕੇ ਉਸੇ ਦੇ ਬਣਾਏ ਹਨ ਤੇ ਉਸੇ ਦਾ ਰੂਪ ਹੀ ਹਨ, ਉਹਦਾ ਹੁਕਮ ਹੀ ਹੈ। ਇਹ ਹੁਕਮ ਹੀ ਸਾਖਸ਼ਾਤ ਸਾਡੇ ਸਾਹਮਣੇ ਵਰਤ ਰਿਹਾ ਹੈ। ਇੱਕ ਹੋਰ ਜਗ੍ਹਾ ਤੇ ਜਿਵੇਂ ਸਤਿਗੁਰੂ ਕਹਿੰਦੇ ਹਨ, ਏਕ ਮਹਿਲ ਤੂੰ ਹੋਏ ਅਫਾਰੋ, ਏਕ ਮਹਿਲ ਨਿਮਾਨੋ। ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਨਿਮਾਨੋ। ਏਕ ਮਹਿਲ ਤੂੰ ਪੰਡਿਤ ਬਖਤਾ, ਏਕ ਮਹਿਲ ਖਲ ਹੋਤਾ। ਏਕ ਮਹਿਲ ਤੂੰ ਸਭ ਕਿਛ ਗ੍ਰਾਹਜ, ਏਕ ਮਹਿਲ ਕਛੂ ਨਾ ਲੇਤਾ। ਭਾਵ ਕਿ ਤੂੰ ਇੱਕ ਸਰੀਰ ਦੇ ਵਿੱਚ ਵਰਤਦਾ ਹੈ ਆਪਣੇ ਹੁਕਮ ਬਣ ਕੇ, ਤਾਂ ਤੂੰ ਆਕੜਿਆ ਫਿਰਦਾ ਹੈ, ਤੇ ਦੂਜੇ ਪਾਸੇ ਤੂੰ ਬਿਲਕੁਲ ਨਿਮਾਣਾ ਬਣ ਕੇ ਵਰਤ ਰਿਹਾ ਹੈ। ਏਕ ਮਹਿਲ ਤੂੰ ਆਪੇ ਆਪੇ, ਇਤਨਾ ਵੱਡਾ ਆਪਣੇ ਆਪ ਨੂੰ ਗਿਣਦਾ ਹੈ ਕਿ ਬਸ ਮੈਂ ਹੀ ਹਾਂ, ਤੇ ਦੂਜੇ ਪਾਸੇ ਏਕ ਮਹਿਲ ਗਰੀਬਾਨੋ, ਬਿਲਕੁਲ ਨਿਮਰਤਾ ਦੇ ਵਿੱਚ ਵਰਤ ਰਿਹਾ ਹੈ। ਏਕ ਮਹਿਲ ਤੂੰ ਪੰਡਿਤ ਬਖਤਾ, ਬੜਾ ਵਿਦਵਾਨ ਬਣ ਕੇ ਸਾਰੀਆਂ ਗੱਲਾਂ ਕਰ ਰਿਹਾ ਹੈ, ਤੇ ਦੂਜੇ ਪਾਸੇ ਤੂੰ ਇੱਕ ਮੂਰਖ ਬਣ ਕੇ ਬੈਠਾ ਹੈ। ਏਕ ਮਹਿਲ ਤੂੰ ਸਭ ਕੁਛ ਗ੍ਰਾਹਜ, ਤੂੰ ਕਹਿੰਦਾ ਇਹ ਵੀ ਮੇਰਾ, ਇਹ ਵੀ ਮੇਰਾ, ਮੈਂ ਇਹ ਵੀ ਲੈ ਲਵਾਂ, ਮੈਂ ਇਹ ਵੀ ਲੈ ਲਵਾਂ। ਤੇ ਏਕ ਮਹਿਲ ਦੂਜੇ ਸਰੀਰ ਦੇ ਵਿੱਚ ਜਦੋਂ ਤੇਰਾ ਹੁਕਮ ਬਣ ਕੇ ਤੂੰ ਵਰਤਦਾ ਹੈ ਤਾਂ ਕਛੂ ਨਾ ਲੇਤਾ। ਸਤਿਗੁਰੂ ਸਾਡੇ ਸਾਹਮਣੇ ਉਹ ਨਕਸ਼ਾ ਰੱਖ ਰਹੇ ਹਨ ਕਿ ਇਹ ਜੋ ਜਗਤ ਹੈ, ਇਹ ਉਹ ਕੁਦਰਤ ਹੀ, ਉਹ ਅਕਾਲ ਪੁਰਖ ਹੀ ਵਰਤ ਰਹੀ ਹੈ, ਉਹਦਾ ਹੁਕਮ ਹੀ ਵਰਤ ਰਿਹਾ ਹੈ। ਸਾਨੂੰ ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਉਹਨਾਂ ਵਿਅਕਤੀਆਂ ਦਾ ਦ੍ਰਿਸ਼ ਦੱਸਦੇ ਹਨ, ਜਿਹੜੀ ਆਪਾਂ ਹੁਣ ਜਿਹਦੀ ਵਿਆਖਿਆ ਕੀਤੀ ਹੈ, ਕਿ ਜਿਹੜੇ ਭਲੇ ਵਿਅਕਤੀ ਗਿਣੇ ਜਾਂਦੇ ਹਨ, ਮਨੁੱਖਤਾ ਦੇ ਚੰਗੇ ਨਮੂਨੇ ਗਿਣੇ ਜਾਂਦੇ ਹਨ, ਤੇ ਜਿਹੜੇ ਚੰਗੇ ਕੰਮ ਉਹ ਕਰ ਰਹੇ ਹਨ। ਹੁਣ ਇਹਦੇ ਸਾਰਿਆਂ ਦਾ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਸਾਰੇ ਉਹ ਮਨੁੱਖ ਹਨ ਜਿਨ੍ਹਾਂ ਨੂੰ ਦੁਨੀਆ ਸਤਿਕਾਰ ਕਰਦੀ ਹੈ, ਉਹਨਾਂ ਨੂੰ ਪੂਜਨੀਕ ਮੰਨਦੀ ਹੈ। ਚਾਹੇ ਉਹ ਜਪੀ ਹਨ, ਪੂਜਾ ਕਰਨ ਵਾਲੇ ਹਨ, ਤਪੀ ਹਨ, ਪਾਠੀ ਹਨ, ਜੋਗੀ ਹਨ, ਭਗਤ ਹਨ, ਸਤੀ ਦਾਤਾਰ ਹਨ, ਜਾਂ ਸੂਰਮੇ ਹਨ, ਜਾਂ ਮੋਨੀ ਮੋਨ ਧਾਰਨ ਕਰਕੇ, ਮੋਨੀ ਬਣ ਕੇ ਉਸ ਅਕਾਲ ਪੁਰਖ ਨਾਲ ਲਿਵ ਜੋੜ ਕੇ ਬੈਠੇ ਹਨ।
ਹੁਣ ਇਹਨਾਂ ਸਾਰਿਆਂ ਨੂੰ ਦੇਖ ਕੇ ਸਤਿਗੁਰੂ ਜੀ ਸਾਨੂੰ ਸਮਝਾ ਹੀ ਰਹੇ ਹਨ ਕਿ ਸਾਡੇ ਮਨ ਦੇ ਅੰਦਰ ਉਸ ਅਕਾਲ ਪੁਰਖ ਨੂੰ, ਉਹਦੇ ਪ੍ਰਤੀ ਸਾਡੇ ਮਨ ਦੇ ਵਿੱਚ ਭਾਵਨਾ ਪੈਦਾ ਹੋਣੀ ਚਾਹੀਦੀ ਹੈ, ਉਹਦੇ ਰੰਗ ਵਿੱਚ ਰੰਗੇ ਜਾਣਾ ਚਾਹੀਦਾ। ਪਰ ਜਿਵੇਂ ਸਤਿਗੁਰਾਂ ਨੇ ਪਹਿਲਾਂ ਇਸ ਤੋਂ ਪਹਿਲੀ ਪੌੜੀ ਦੇ ਵਿੱਚ ਵੀ ਉਦਾਹਰਨ ਸਾਨੂੰ ਦੇ ਕੇ ਸਮਝਾਇਆ ਹੈ ਕਿ ਮਨੁੱਖ ਜਦੋਂ ਨਾਮ ਸਿਮਰਨ ਨਾਲ ਜੁੜਦਾ ਹੈ, ਉਹਦੀ ਵਿਵੇਕ ਬੁੱਧੀ ਡਿਵੈਲਪ ਹੁੰਦੀ ਹੈ, ਉਹਨੂੰ ਕੁਝ ਸਮਝ ਲੱਗਣੀ ਸ਼ੁਰੂ ਹੁੰਦੀ ਹੈ, ਤਾਂ ਉਹ ਕਰਦਾ ਕੀ ਹੈ ਕਿ ਬਜਾਏ ਇਸ ਦੇ ਕਿ ਅਕਾਲ ਪੁਰਖ ਨਾਲ ਜੁੜਨ ਦੇ, ਉਹ ਦੁਨੀਆ ਦੇ ਨਾਲ ਹੀ ਜੁੜ ਕੇ ਬੈਠ ਜਾਂਦਾ ਹੈ ਤੇ ਫਿਰ ਆਪਣੀ ਸਮਝ ਦੇ ਮੁਤਾਬਕ ਕਈ ਕੁਝ ਲੱਭਣਾ ਇਹਦੇ ਵਿੱਚੋਂ ਸ਼ੁਰੂ ਕਰ ਦਿੰਦਾ ਹੈ। ਜਿਸ ਤਰ੍ਹਾਂ ਪਿਛਲੀ ਪੌੜੀ 'ਚ ਸਤਿਗੁਰਾਂ ਨੇ ਉਹ ਬਲਦ ਦੀ ਐਗਜ਼ਾਮਪਲ ਦਿੱਤੀ ਸੀ ਕਿ ਉਹਦੇ ਵਿੱਚ ਹੀ ਉਹ ਦੁਨੀਆ ਦਾ ਅਕਾਲ ਪੁਰਖ ਦੀ ਬਣਾਈ ਕੁਦਰਤ ਦਾ ਅੰਤ ਲੱਭਣ ਦਾ, ਉਹਨੂੰ ਐਕਸਪਲੇਨ ਕਰਨ ਦਾ, ਉਹਦੀ ਵਿਆਖਿਆ ਕਰਨ ਦਾ ਯਤਨ ਕਰ ਦਿੰਦਾ। ਹੁਣ ਇੱਥੇ ਜਿਨ੍ਹਾਂ ਦਾ ਸਤਿਗੁਰੂ ਨੇ ਜ਼ਿਕਰ ਕੀਤਾ ਹੈ, ਇਹ ਸਾਰੇ ਉਹ ਮਨੁੱਖ ਹਨ ਜਿਨ੍ਹਾਂ ਨੂੰ ਮਨੁੱਖ ਵੱਡੇ ਔਰ ਪੂਜਨੀਕ ਸਮਝਦਾ ਹੈ। ਭੁੱਲ ਇੱਥੇ ਇਹ ਹੁੰਦੀ ਹੈ ਕਿ ਇਹ ਸਾਰੇ ਜਿਹੜੇ ਹਨ, ਇਹਨਾਂ ਨੂੰ ਉਹ ਵੱਡੇ ਵਿਅਕਤੀ, ਦੈਵੀ ਵਿਅਕਤੀ ਮੰਨ ਕੇ ਤੇ ਫਰਿਸ਼ਤੇ ਮੰਨ ਲੈਂਦਾ ਹੈ। ਕਿਸੇ ਨੂੰ ਫਰਿਸ਼ਤਾ ਮੰਨਦਾ ਹੈ ਤੇ ਕਿਸੇ ਨੂੰ ਦੇਵਤਾ ਮੰਨ ਕੇ ਉਹਦੀ ਪੂਜਾ ਸ਼ੁਰੂ ਕਰ ਦਿੰਦਾ ਹੈ। ਤੇ ਕਈ ਤਾਂ ਐਸੇ ਉੱਤਮ ਮਨੁੱਖ ਨੂੰ ਲੱਗਦੇ ਹਨ ਵੀ ਬਹੁਤ ਹੀ ਚੰਗੇ ਹਨ, ਉਹਨਾਂ ਨੂੰ ਰੱਬ ਦਾ ਅਵਤਾਰ ਮੰਨ ਕੇ ਹੀ ਉਹਨਾਂ ਦੀ ਪੂਜਾ ਸ਼ੁਰੂ ਕਰ ਲੈਂਦਾ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿ ਜਿਹੜੇ ਸੂਰਬੀਰ ਰਾਜੇ ਹੋਏ ਹਨ, ਉਹਨਾਂ ਨੂੰ ਵੀ ਉਹਨਾਂ ਦੀ ਸੂਰਮਤਾਈ ਦੇ ਕਰਕੇ ਪੂਜਣਾ ਸ਼ੁਰੂ ਕਰ ਦਿੰਦਾ ਹੈ। ਉਹਨਾਂ ਨੂੰ ਵੀ ਦੇਵਤਿਆਂ ਦਾ, ਰਾਜਿਆਂ ਦਾ ਜਿਹੜਾ ਸੀ ਉਹ ਦਰਜਾ ਰੱਬ ਵਰਗਾ ਬਣਾ ਦਿੰਦਾ ਹੈ। ਪਰ ਅਸਲ ਵਿੱਚ ਕੀ ਹੋਣਾ ਚਾਹੀਦਾ ਸੀ ਕਿ ਇਹ ਜੋ ਸਾਰੇ ਭਲੇ ਵਿਅਕਤੀ ਹਨ, ਇਹਨਾਂ ਨੂੰ ਦੇਖ ਕੇ ਸਾਨੂੰ ਅਕਾਲ ਪੁਰਖ ਦੇ ਹੁਕਮ ਦੀ ਯਾਦ ਆਉਣੀ ਚਾਹੀਦੀ ਹੈ, ਉਹਨਾਂ ਦੇ ਦੈਵੀ ਗੁਣਾਂ ਦੇ ਦਾਤੇ ਨੂੰ ਯਾਦ ਕਰਨਾ ਚਾਹੀਦਾ ਹੈ। ਜੇ ਅਸੀਂ ਇਹਨਾਂ ਸਾਰਿਆਂ ਨੂੰ ਬਹੁਤ ਚੰਗੇ ਵੀ ਮੰਨ ਕੇ ਬੈਠ ਜਾਏ ਜਾਂ ਕਿਸੇ ਇੱਕ ਨੂੰ ਵੀ ਅਤ ਉੱਤਮ ਮੰਨ ਕੇ ਬੈਠ ਗਏ, ਤਾਂ ਸਾਡੇ ਮਨ ਦੇ ਵਿੱਚ ਵਿਚਾਰ ਤਾਂ ਅਸਲ ਦੇ ਵਿੱਚ ਇਹ ਆਉਣਾ ਚਾਹੀਦਾ ਸੀ ਨਾ ਕਿ ਇਹਨਾਂ ਨੂੰ ਜੋ ਗੁਣ ਪ੍ਰਾਪਤ ਹੋਏ ਹਨ ਉਹ ਕਿੱਥੋਂ ਹੋਏ ਹਨ? ਉਹ ਅਕਾਲ ਪੁਰਖ ਤੋਂ ਹੋਏ ਹਨ, ਉਹ ਅਕਾਲ ਪੁਰਖ ਦੇ ਹੁਕਮ ਨਾਲ ਹੋਏ ਹਨ, ਜੋ ਉਸਨੇ ਨਿਯਮ ਬਣਾਏ ਹਨ ਉਹਨਾਂ ਦੇ ਅਧੀਨ ਹੋਏ ਹਨ। ਤਾਂ ਹੁੰਦਾ ਇਹ ਹੈ ਕਿ ਸਿਰ ਤਾਂ ਅਕਾਲ ਪੁਰਖ ਅੱਗੇ ਝੁਕਣਾ ਚਾਹੀਦਾ ਸੀ, ਪਰ ਇਹ ਨਾ ਹੋਵੇ ਕਿ ਅਸੀਂ ਇਹਨਾਂ ਦੇ ਵਿੱਚ ਹੀ ਰੁੱਝ ਜਾਈਏ ਤੇ ਇਹਨਾਂ ਦੇ ਵਿੱਚ ਹੀ ਮਗਨ ਹੋ ਜਾਈਏ ਤੇ ਉਹਨਾਂ ਦੇ ਅੱਗੇ ਹੀ ਸਿਰ ਨਾ ਝੁਕਾ ਲਈਏ, ਉਹਨਾਂ ਨੂੰ ਹੀ ਨਾ ਰੱਬ ਬਣਾ ਕੇ ਬੈਠ ਜਾਈਏ। ਸਤਿਗੁਰਾਂ ਨੇ ਇੱਥੇ ਇਹੀ ਫਰਕ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਾਰੇ ਜੋ ਮਨੁੱਖਤਾ ਦੇ ਨਮੂਨੇ ਸਤਿਗੁਰਾਂ ਨੇ ਸਾਡੇ ਸਾਹਮਣੇ ਰੱਖੇ ਹਨ, ਇਹ ਅਤ ਉੱਤਮ ਹਨ, ਅਤ ਸਤਿਕਾਰਯੋਗ ਹਨ। ਪਰ ਇਹਨਾਂ ਨੂੰ ਦੇਖ ਕੇ ਜਦੋਂ ਅਸੀਂ ਇਹਨਾਂ ਦੇ ਦਰਸ਼ਨ ਕਰੀਏ, ਇਹਨਾਂ ਨੂੰ ਦੇਖੀਏ, ਇਹਨਾਂ ਦੇ ਜੀਵਨ ਵੱਲ ਨਜ਼ਰ ਮਾਰੀਏ, ਇਹਨਾਂ ਦੇ ਗੁਣਾਂ ਵੱਲ ਨਜ਼ਰ ਮਾਰੀਏ, ਇਹਨਾਂ ਦੇ ਉਪਦੇਸ਼ਾਂ ਵੱਲ ਨਜ਼ਰ ਮਾਰੀਏ, ਜਾਂ ਇਹਨਾਂ ਕੋਲੋਂ ਅਸੀਂ ਕੀ ਸੁਖਣਾ ਉਹਦੇ ਵੱਲ ਨਜ਼ਰ ਮਾਰੀਏ, ਉਹ ਸਾਰਾ ਕੁਝ ਦੇਖਣ ਤੋਂ ਬਾਅਦ ਸਾਡੀ ਅਵਸਥਾ ਉਹ ਹੋਣੀ ਚਾਹੀਦੀ ਹੈ ਜਿਹੜੀ ਕਿ ਇੱਕ ਨਾਮ ਸਿਮਰਨ ਦੇ ਵਿੱਚ ਡੁੱਬੇ ਹੋਏ ਮਨੁੱਖ ਦੀ ਹੁੰਦੀ ਹੈ, ਜਿਹਨੂੰ ਸਤਿਗੁਰਾਂ ਨੇ ਪੰਚ ਕਿਹਾ ਹੈ। ਤੇ ਉਹ ਅਵਸਥਾ ਕੀ ਹੈ ਕਿ ਇਹ ਸਾਰੀ ਜੋ ਜੀਵਨ ਦਾ ਦਰਿਆ ਸਤਿਗੁਰਾਂ ਨੇ ਇੱਕ ਕਿਸਮ ਸਾਨੂੰ ਦੱਸੀ ਹੈ, ਉਹਦੇ ਵਿੱਚ ਜੁੜੇ ਹੋਏ ਉਹਨੂੰ ਦੇਖ ਕੇ ਇੱਕ ਜਿਵੇਂ ਪੰਚ ਦੀ ਅਵਸਥਾ ਬਣਦੀ ਹੈ, ਸਾਨੂੰ ਸੇਧ ਸਤਿਗੁਰਾਂ ਨੇ ਦਿੱਤੀ ਹੈ ਕਿ ਸਾਡੇ ਮਨ ਦੇ ਵਿੱਚ ਕੀ ਵਿਚਾਰ ਆਉਣਾ ਚਾਹੀਦਾ ਹੈ ਕਿ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਜਗਤ ਨੂੰ ਦੇਖ ਕੇ, ਇਹ ਅਕਾਲ ਪੁਰਖ ਦੇ ਬਣਾਏ ਹੋਈ ਕੁਦਰਤ ਦੀ ਰਚਨਾ ਨੂੰ ਦੇਖ ਕੇ ਅਸਲ ਦੇ ਵਿੱਚ ਤਾਂ ਸਾਨੂੰ ਇਹਦੇ ਵਿੱਚੋਂ ਉਸ ਕੁਦਰਤ ਦਾ ਜਲਵਾ, ਕਾਦਰ ਦਾ ਜਲਵਾ ਕੁਦਰਤ ਦੇ ਵਿੱਚੋਂ ਦਿਸਣਾ ਚਾਹੀਦਾ ਸੀ। ਕਿਤੇ ਇਹ ਨਾ ਹੋਵੇ ਕਿ ਅਸੀਂ ਇਹਨਾਂ ਦੇ ਵਿੱਚ ਹੀ ਪੈ ਕੇ ਤੇ ਫਿਰ ਅਕਾਲ ਪੁਰਖ ਨੂੰ ਭੁੱਲ ਜਾਈਏ ਤੇ ਇਹਨਾਂ ਦੇ ਵਿੱਚ ਹੀ ਮਗਨ ਹੋ ਕੇ ਬੈਠ ਜਾਈਏ ਤੇ ਹੋਰਾਂ ਕੰਮਾਂ ਦੇ ਵਿੱਚ ਲੱਗ ਪਈਏ। ਉਹ ਯੋਗ ਨਹੀਂ ਹਨ, ਕਿਉਂਕਿ ਸਤਿਗੁਰਾਂ ਨੇ ਸਾਨੂੰ ਪਹਿਲਾਂ ਵੀ ਉਹ ਜਿਹੜੀ ਧਰਤੀ ਦੇ ਥੱਲੇ ਬਲਦ ਵਾਲੀ ਐਗਜ਼ਾਮਪਲ ਦੇ ਕੇ ਸਮਝਾਇਆ ਹੈ ਕਿ ਜੇ ਅਸੀਂ ਇਹਨਾਂ ਨੂੰ ਕਿਸੇ ਹੋਰ ਨਜ਼ਰ ਨਾਲ ਦੇਖ ਕੇ ਆਪਣੇ ਹਿਸਾਬ ਨਾਲ ਕਿਸੇ ਢੰਗ ਨਾਲ ਵੀ ਅਸੀਂ ਦੇਖਣਾ ਸ਼ੁਰੂ ਕਰ ਦਈਏ ਤਾਂ ਉਹ ਕੁਦਰਤ ਦਾ ਅੰਤ ਨਹੀਂ ਹੈ। ਅਸੀਂ ਕਿਤੇ ਉਰੇ ਹੀ ਖੜੇ ਹੋ ਕੇ ਤੇ ਅਧੂਰੀ ਦ੍ਰਿਸ਼ਟੀ ਦੇ ਨਾਲ ਹੀ ਦੇਖਾਂਗੇ। ਬਣਦਾ ਤਾਂ ਸਿਰਫ ਇੰਨਾ ਹੀ ਹੈ ਕਿ ਅਸੀਂ ਅਕਾਲ ਪੁਰਖ ਦੇ ਗੁਣਾਂ ਨੂੰ ਦੇਖ ਕੇ, ਅਕਾਲ ਪੁਰਖ ਦੀ ਰਚਨਾ ਨੂੰ ਦੇਖ ਕੇ, ਅਕਾਲ ਪੁਰਖ ਦੇ ਪਿਆਰ ਦੇ ਰੰਗ ਦੇ ਵਿੱਚ ਰੰਗੇ ਜਾਈਏ ਤੇ ਡੁੱਬ ਜਾਈਏ। ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ। ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।